ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਦੀ ਮਿਹਰਾਮ ਸਦਕਾ ਇਹ ਆਪਾਂ ਨੂੰ ਜੋ ਸਮਾਂ ਬਖਸ਼ਿਸ਼ ਹੋਇਆ ਹੈ, ਜੋ ਗੁਰਮੁਖਾਂ ਵੱਲੋਂ ਉਦਮ ਕਰਕੇ ਇਹ ਸਮਾਗਮ ਰੱਖਿਆ ਗਿਆ ਹੈ, ਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰਾਮ ਸਦਕਾ ਆਪਣਾ ਸੰਜੋਗ ਹੋਇਆ, ਆਪਾਂ ਸਾਰੇ ਇਕੱਤਰ ਹੋਏ ਹਾਂ। ਆਓ ਸਾਰੇ ਰਲ ਮਿਲ ਕੇ ਆਪਾਂ ਸਮੇਂ ਦਾ ਲਾਹਾ ਲਈਏ। ਆਪਾਂ ਵਿਚਾਰ ਕਰ ਰਹੇ ਸੀ ਜੋ ਕਿ ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾ ਹੈ। ਆਪਾਂ ਵਿਚਾਰ ਰਹੇ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆ ਕੇ ਸੰਸਾਰ ਦੇ ਵਿੱਚ, ਕਿਉਂਕਿ ਉਸ ਸਮੇਂ ਵੀ ਘੋਰ ਕਲਯੁਗ ਵਰਤ ਰਿਹਾ ਸੀ ਸੰਸਾਰ ਦੇ ਵਿੱਚ, ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ, ਤੇ ਧਰਮ ਖੰਭ ਲਾ ਕੇ ਉੜ ਗਿਆ ਸੀ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੇ ਕਹਿ ਚੜਿਆ, ਕਿ ਜਿਵੇਂ ਰਾਤ ਹੁੰਦੀ ਹੈ, ਮੌਸ ਦੀ ਅਮਾਵਸ ਦੀ ਰਾਤ ਅੰਧੇਰਾ ਹੁੰਦਾ ਹੈ, ਚੰਦਰਮਾ ਨਹੀਂ ਦਿਸਦਾ ਕਿਸੇ ਪਾਸੇ, ਏਦਾਂ ਹੀ ਅਗਿਆਨਤਾ ਦਾ ਅੰਧੇਰਾ ਸੰਸਾਰ ਦੇ ਵਿੱਚ ਸੀ ਤੇ ਪ੍ਰਕਾਸ਼ ਨਹੀਂ ਸੀ। ਅੰਧੇਰੇ ਦੇ ਵਿੱਚ ਕੁਛ ਵੀ ਨਹੀਂ ਦਿਸਦਾ। ਹੋਂ ਪਾਲ ਵਿਕੁਨੀ ਹੋਈ ਅੰਧੇਰੇ ਰਾਹ ਨਾ ਦਿਸੈ ਕੋਈ, ਵੀ ਉਹ ਹਾਲਤ ਸੀ ਜਿਵੇਂ ਅੰਧੇਰੇ ਦੇ ਵਿੱਚ ਆਪਾਂ ਨੂੰ ਰਸਤਾ ਨਹੀਂ ਦਿਸਦਾ। ਉਸ ਸਮੇਂ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦੀ, ਪਰਮੇਸ਼ਰ ਦਾ ਕਿਸੇ ਨੂੰ ਕੋਈ ਗਿਆਨ ਨਹੀਂ ਸੀ, ਸੋਝੀ ਨਹੀਂ ਸੀ। ਤੇ ਅੱਜ ਆਪਾਂ ਫਿਰ ਦੇਖਦੇ ਹਾਂ, ਥੋੜਾ ਸਮਾਂ ਹੋਇਆ ਹੈ, 250 ਸਾਲ ਗੁਰੂ ਸਾਹਿਬਾਨ ਬਾਰੋ ਵਾਰੀ 10 ਜਾਮਿਆਂ ਦੇ ਵਿੱਚ ਸਾਨੂੰ ਗਿਆਨ ਦਿੰਦੇ ਰਹੇ, ਜਿਸ ਦੇ ਵਿੱਚ ਬਹੁਤ ਸਾਰੇ ਗੁਰੂ ਸਾਹਿਬਾਨ ਨੂੰ ਇੱਥੇ ਦੁੱਖ ਵੀ ਝੱਲਣੇ ਪਏ। ਲੇਕਿਨ ਥੋੜੇ ਸਮੇਂ ਦੇ ਵਿੱਚ ਹੀ ਅਸੀਂ ਸਾਰਾ ਕੁਝ ਭੁੱਲ ਗਏ ਹਾਂ, ਕਿਉਂਕਿ ਉਹੀ ਪਖੰਡ ਫਿਰ ਸ਼ੁਰੂ ਹੋ ਗਿਆ ਹੈ। ਇੱਕ ਆਪਾਂ ਰਸਤਾ, ਇੱਕ ਪੰਥ ਦਾ ਨਵਾਂ ਬਣਾ ਲਿਆ ਹੈ, ਲੇਕਿਨ ਸਾਡੀ ਕਰਨੀ ਉਹੀ ਹੈ। ਸਿਰਫ ਨਾਂ ਬਦਲਿਆ ਹੈ, ਕਰਨੀ ਨਹੀਂ ਬਦਲੀ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਂਦੇ ਨੇ ਕਿ ਸੰਸਾਰ ਦੇ ਵਿੱਚ ਕੀ ਸੀ, ਜੋ ਮੇਨ ਧਰਮ ਸੀ ਇੱਥੇ, ਹਿੰਦੂ ਧਰਮ ਸੀ, ਇਸਲਾਮ ਧਰਮ ਸੀ ਤੇ ਜੋਗੀ, ਤਿੰਨ ਉਸ ਸਮੇਂ ਗੁਰੂ ਨਾਨਕ ਸਾਹਿਬ ਜਿਸ ਸਮੇਂ ਸੰਸਾਰ 'ਚ ਆਏ, ਉਸ ਸਮੇਂ ਤਿੰਨ ਧਰਮ ਜ਼ਿਆਦਾ ਪ੍ਰਚਲਿਤ ਸੀ, ਕਿਉਂਕਿ ਗੁਰਬਾਣੀ ਦੇ ਵਿੱਚ ਤਿੰਨ ਧਰਮਾਂ ਦੀ ਜ਼ਿਆਦਾ ਵਿਚਾਰ ਹੋਈ ਹੈ। ਹਿੰਦੂ ਧਰਮ ਸੀ, ਹਿੰਦੂ ਮਤ ਜਿਸ ਨੂੰ ਆਪਾਂ ਕਹਿ ਦਈਏ, ਇਸਲਾਮ ਮਤ ਤੇ ਜੋਗ ਮਤ। ਉਸ ਸਮੇਂ ਕੀ ਹੁੰਦਾ ਸੀ, ਜਿਵੇਂ ਕਿ ਆਪਾਂ ਸਰੀਰ ਕਰਕੇ ਉਸ ਸਮੇਂ ਹਿੰਦੂ ਬਣਦੇ ਸੀ ਲੋਕ, ਸਰੀਰ ਕਰਕੇ ਹੀ ਮੁਸਲਮਾਨ ਵੱਖਰੇ ਵੱਖਰੇ ਭੇਖ ਬਣਾ ਲੈਂਦੇ ਸੀ।
ਤੇ ਭੇ ਕਰਕੇ ਹੀ ਜੋਗੀ ਹੋਇਆ ਕਰਦੇ ਸੀ, ਕਿਉਂਕਿ ਅਸਲ ਯੋਗ ਨਾ ਜੋਗੀਆਂ ਨੂੰ ਪਤਾ ਸੀ, ਅਸਲ ਗਿਆਨ ਨਾ ਹਿੰਦੂਆਂ ਨੂੰ ਪਤਾ ਸੀ ਤੇ ਨਾ ਇਸਲਾਮਿਕ ਮਤ ਵਾਲਿਆਂ ਨੂੰ ਅਸਲੀ ਗਿਆਨ ਪਤਾ ਸੀ। ਕਿਉਂਕਿ ਜਿਵੇਂ ਅੱਜ ਆਪਾਂ ਭੁੱਲ ਗਏ ਗੁਰੂ ਸਾਹਿਬਾਂ ਦੇ ਉਪਦੇਸ਼ ਨੂੰ, ਥੋੜ੍ਹੇ ਸਮੇਂ ਬਾਅਦ ਹੀ ਉਵੇਂ ਹੀ ਉਹ ਵੀ ਜੋ ਵੇਦਾਂ ਦੇ ਵਿੱਚ ਗਿਆਨ ਸੀ ਉਸ ਨੂੰ ਭੁੱਲ ਚੁੱਕੇ ਸਨ। ਪਖੰਡ ਹੋ ਰਿਹਾ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ ਵਿਚਾਰ ਹੈ ਤਿੰਨ ਮਤ ਦੇ ਲੋਕਾਂ ਦੇ ਨਾਲ ਜ਼ਿਆਦਾ ਹੋਈ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਂਦੇ ਨੇ ਕਿ ਜਿਹੜੇ ਹਿੰਦੂ ਸੀ, ਆਪਣੇ ਆਪ ਨੂੰ ਹਿੰਦੂ ਕਹਾਉਂਦੇ ਸੀ, ਤੇ ਉਹ ਸਮਝਦੇ ਸੀ ਵੀ ਜਿਹੜਾ ਸਾਡੇ ਬੱਚਾ ਘਰ 'ਚ ਪੈਦਾ ਹੋਏਗਾ ਉਹ ਹਿੰਦੂ ਪੈਦਾ ਹੋਏਗਾ, ਉਹ ਹਿੰਦੂ ਹੈ। ਜਿਵੇਂ ਅੱਜ ਆਪਾਂ ਸਿੱਖ ਹਾਂ, ਆਪਣੇ ਆਪ ਨੂੰ ਸਿੱਖ ਸਮਝਦੇ ਹਾਂ, ਸਿੱਖ ਕਹਾਉਂਦੇ ਹਾਂ, ਤੇ ਆਪਣੇ ਘਰ ਜੇ ਕੋਈ ਬੱਚਾ ਜਨਮ ਲੈਂਦਾ ਆਪਾਂ ਉਸ ਨੂੰ ਵੀ ਸਿੱਖ ਸਮਝਦੇ ਹਾਂ। ਇੱਦਾਂ ਹੀ ਇਸਲਾਮ ਦੇ ਵਿੱਚ ਮੁਸਲਮਾਨਾਂ ਦੇ ਘਰ ਵਿੱਚ ਕੋਈ ਬੱਚਾ ਪੈਦਾ ਹੁੰਦਾ, ਉਹ ਕਹਿੰਦਾ ਮੁਸਲਮਾਨ ਪੈਦਾ ਹੋਇਆ ਹੈ, ਕਿਉਂਕਿ ਇਹ ਤਾਂ ਇੱਕ ਹਾਲੇ ਬੱਚੇ ਦਾ ਜਨਮ ਹੋਇਆ ਹੈ ਜਿਸ ਨੂੰ ਕੋਈ ਸੋਝੀ ਨਹੀਂ ਹੈ, ਤੇ ਨਾ ਮਾਂ ਬਾਪ ਨੂੰ ਕੋਈ ਸੋਝੀ ਹੈ, ਨਾ ਗੁਰਸਿੱਖੀ ਦੀ ਸੋਝੀ ਹੈ, ਨਾ ਹਿੰਦੂ ਮਤ ਦਾ ਗਿਆਨ ਹੈ, ਨਾ ਇਸਲਾਮ ਮਤ ਦਾ ਗਿਆਨ ਹੈ, ਜਿਹੜੇ ਉਹ ਆਪਣੇ ਬੱਚੇ ਨੂੰ ਦੇ ਸਕਣ। ਇਸ ਕਰਕੇ ਮਾਂ ਬਾਪ ਵੀ ਬਾਂਝੇ ਹਨ ਤੇ ਬੱਚੇ ਵੀ ਬਾਂਝੇ ਰਹਿ ਜਾਂਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਸ਼ਬਦ ਦੇ ਵਿੱਚ ਇਹ ਗਿਆਨ ਦੇਂਦੇ ਹੋਏ, ਉਸ ਸਮੇਂ ਹਿੰਦੂ ਕੈ ਘਰ ਹਿੰਦੂ ਆਵੇ, ਕਹਿੰਦੇ ਹਿੰਦੂ ਦੇ ਘਰ ਹਿੰਦੂ ਆਉਂਦਾ, ਬੱਚਾ ਜੰਮਦਾ ਹੈ। ਸੁਤ ਜਨੇਊ ਪੜਗਲ ਪਾਵੇ, ਸੂਤ ਜਨੇਊ ਪੜਗਲ ਪਾਵੇ, ਕਹਿੰਦੇ ਉਹਦੇ ਗਲ 'ਚ ਫਿਰ ਸੂਤ ਦਾ ਜਨੇਊ ਪਾ ਦਿੰਦੇ ਉਸ ਨੂੰ, ਕਿਉਂਕਿ ਅਸਲੀ ਗਿਆਨ ਤੋਂ ਵਾਂਝੇ ਸੀ। ਸਿਰਫ ਜਿਵੇਂ ਆਪਾਂ ਦੇਖਦੇ ਹਾਂ ਸਿੱਖੀ ਦੇ ਵਿੱਚ ਕੀ ਹੈ, ਕੇਸ ਰੱਖ ਲਓ, ਜ਼ਿਆਦਾ ਆਪਾਂ ਅੰਮ੍ਰਿਤ ਛਕਾ ਦਿੰਦੇ ਹਾਂ ਤੇ ਫਿਰ ਬੱਚੇ ਛੱਡ ਦਿੰਦੇ ਨੇ, ਕੇਸ ਕਟਾ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਹਿੰਦੂ ਮਤ ਦੇ ਵਿੱਚ ਹੁੰਦਾ ਹੈ। ਸੂਤ ਪਾਏ ਕਰੇ ਬੁਰਿਆਈ, ਕਹਿੰਦੇ ਜਨੇਊ ਤਾਂ ਪਾ ਲਿਆ ਗਲ ਦੇ ਵਿੱਚ, ਪਰ ਬੁਰਿਆਈ ਨਹੀਂ ਛੱਡੀ, ਕਿਉਂਕਿ ਬੁਰਿਆਈ ਕਦੋਂ ਛੁੱਟਣੀ ਸੀ? ਜਦੋਂ ਉਸਨੇ ਅਸਲੀ ਹਿੰਦੂ ਬਣਨਾ ਸੀ, ਜਦੋਂ ਅਸਲੀ ਗਿਆਨ ਹੋਣਾ ਸੀ। ਜਿਵੇਂ ਆਪਾਂ ਸਵੇਰੇ ਵਿਚਾਰਦੇ ਸੀ, ਜਿਹੜਾ ਮਨ ਧੋਤੀ ਲਾਉਣੀ ਸੀ, ਗਿਆਨ ਦਾ ਜਨੇਊ ਪਾਉਣਾ ਸੀ, ਧਿਆਨ ਦਾ ਟਿੱਕਾ ਲਗਾਉਣਾ ਸੀ। ਕਾਇਆ ਬ੍ਰਹਮਾ ਮਨ ਹੈ ਧੋਤੀ, ਗਿਆਨ ਜਨੇਊ ਧਿਆਨ ਕੁਸਪਾਤੀ। ਇਸ ਕਰਕੇ ਕਹਿੰਦੇ ਫਿਰ ਉਹ ਜੀਵ ਬੁਰਿਆਈਆਂ ਕਰਦਾ ਹੈ, ਗਲ 'ਚ ਜਨੇਊ ਵੀ ਪਾ ਲੈਂਦਾ ਹੈ। ਨਾਤਾ ਧੋਤਾ ਥਾਏ ਨਾ ਪਾਈ, ਤਾਨੂੰ ਨਹਾ ਲਿਆ ਧੋ ਲਿਆ, ਪਰ ਕਰਦਾ ਬੁਰਿਆਈਆਂ ਨੇ, ਬੁਰਿਆਈਆਂ ਹੈ, ਉਸ ਦਾ ਕੀਤਾ ਥਾਏ ਨਹੀਂ ਪੈਂਦਾ। ਏਦਾਂ ਹੀ ਸਮਝਾਉਂਦੇ ਨੇ, ਮੁਸਲਮਾਨ ਕਰੇ ਵਡਿਆਈ, ਬਿਨ ਗੁਰ ਪੀਰੈ ਕੋ ਥਾਏ ਨਾ ਪਾਈ। ਏਦਾਂ ਮੁਸਲਮਾਨ ਨੇ, ਉਹ ਵੀ ਵਡਿਆਈ ਕਰਦੇ ਨੇ ਅੱਲਾ ਦੀ, ਪਰ ਅੱਲਾ ਨੂੰ ਜਾਣਿਆ ਨਹੀਂ। ਕਹਾਉਂਦੇ ਮੁਸਲਮਾਨ ਨੇ ਪਰ ਉਸ ਨੂੰ ਜਾਣਿਆ ਨਹੀਂ, ਇਸ ਕਰਕੇ ਉਹਨਾਂ ਦਾ ਕੀਤਾ ਵੀ ਥਾਏ ਨਹੀਂ ਪੈਂਦਾ। ਕਿਉਂਕਿ ਮੁਸਲਮਾਨ ਬਣਨ ਦਾ ਇੱਕ ਜੋ ਹੈ, ਇੱਕ ਜੁਗਤ ਹੈ, ਇੱਕ ਵਿਧ ਹੈ ਕੁਛ ਵੀ ਬਣਨ ਵਾਸਤੇ। ਜਿਵੇਂ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਵੀ ਜੇ ਆਪਾਂ ਕੁਛ ਬਣਨਾ ਹੈ ਉਸ ਦੇ ਵਾਸਤੇ ਕੁਛ ਸ਼ਰਤਾਂ ਹੁੰਦੀਆਂ ਨੇ, ਕੁਛ ਸਾਨੂੰ ਕਰਮ ਕਰਨੇ ਪੈਂਦੇ ਨੇ। ਸੰਸਾਰ ਦੇ ਵਿੱਚ ਵੀ ਕੁਛ ਬਣਨਾ ਹੈ ਤਾਂ ਉਸ ਦੇ ਵਾਸਤੇ ਪੜ੍ਹਨਾ ਪੈਂਦਾ ਹੈ, ਉਸ ਦੀ ਕੁਛ ਸ਼ਰਤ ਰੱਖੀ ਜਾਂਦੀ ਵੀ ਆ, ਇਸ ਕਾਰਜ ਵਾਸਤੇ ਇੰਨੀ ਕੁ ਪੜ੍ਹਾਈ ਹੋਣੀ ਜ਼ਰੂਰੀ ਹੈ, ਆ ਕੋਰਸ ਹੋਣਾ ਜ਼ਰੂਰੀ ਹੈ, ਐਗਜ਼ਾਮ ਪਾਸ ਹੋਣਾ ਜ਼ਰੂਰੀ ਹੈ।
ਇੱਦਾਂ ਹੀ ਮੁਸਲਮਾਨ ਬਣਨ ਵਾਸਤੇ ਵੀ ਕੁਝ ਸ਼ਰਤਾਂ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ। ਮੁਸਲਮਾਨ ਬਣਨ ਦੇ ਵਾਸਤੇ ਜੀਵ ਨੂੰ ਕੁਝ ਸ਼ਰਤਾਂ ਨੇ, ਜਿਹੜੀਆਂ 5 ਨਿਵਾਜ਼ਾਂ ਇਸਲਾਮ ਧਰਮ ਦੇ ਵਿੱਚ ਕਰਦੇ ਨੇ। 5 ਵਕਤ 5 ਨਿਵਾਜ਼ਾਂ ਕਰਦੇ ਨੇ, ਤੇ ਉਸ ਦੇ ਬਾਰੇ ਫਿਰ ਦੱਸਿਆ ਵੀ ਉਹ ਕਿਹੜੀਆਂ ਨੇ। 5 ਨਿਵਾਜ਼ਾਂ 5 ਵਕਤ, ਪੰਜੇ ਪੰਜਾ 9। ਪਹਿਲਾ ਸੱਚ ਹਲਾਲ ਦੂਏ। ਪਹਿਲਾਂ ਸੱਚ ਦਾ ਗਿਆਨ ਲੈਣਾ ਹੈ, ਸੱਚੇ ਗੁਰ ਦਾ ਉਪਦੇਸ਼ ਲੈਣਾ ਹੈ, ਜਾਂ ਸੱਚੇ ਪੀਰ ਤੋਂ ਉਪਦੇਸ਼ ਲੈਣਾ ਹੈ, ਕਿਉਂਕਿ ਇਸਲਾਮ ਦੇ ਵਿੱਚ ਪੀਰ ਕਿਹਾ ਜਾਂਦਾ ਹੈ। ਸ਼ਬਦ ਨੂੰ ਪੀਰ ਕਿਹਾ ਹੈ, ਆਪਣੇ ਸ਼ਬਦ ਨੂੰ ਗੁਰ ਕਿਹਾ ਹੈ। ਸ਼ਬਦ ਗੁਰ ਪੀਰਾ ਗਹਿਰ ਗਭੀਰਾ। ਫਿਰ ਉਸ ਨੂੰ ਹਲਾਲ, ਹਰਾਮ ਨਹੀਂ ਕਰਨਾ, ਹਲਾਲ ਉਸ ਨੂੰ ਕਮਾਉਣਾ ਹੈ। ਉਸ ਤੇ ਵਿਸ਼ਵਾਸ ਕਰਕੇ ਉਸ ਨੂੰ ਕਮਾਉਂਦਾ ਹੈ ਜੀਵ। ਇਹ ਦੂਜੀ ਨਮਾਜ਼ ਹੈ। ਫਿਰ ਤੀਜੀ ਖੈਰ ਖੁਦਾਏ। ਜਦੋਂ ਅਸੀਂ ਜੀਵ ਸੱਚ ਦਾ ਗਿਆਨ ਲੈ ਕੇ ਉਸ ਨੂੰ ਕਮਾਉਂਦਾ ਹੈ, ਹਲਾਲ ਕਰਦਾ ਹੈ, ਆਪਣੇ ਆਪ ਨੂੰ ਸ਼ਬਦ ਦੁਆਰਾ ਮਨ ਨੂੰ ਸੋਧਦਾ ਹੈ, ਤੇ ਫਿਰ ਪਰਮੇਸ਼ਰ ਖੈਰ ਪਾਉਂਦਾ ਹੈ। ਫਿਰ ਉਸ ਨੂੰ ਨਾਮ ਦਾ ਸੋਝੀ ਦਿੰਦਾ ਹੈ, ਗਿਆਨ ਦੇ ਦਿੰਦਾ। ਜਿਹੜੀ ਤੀਜੀ ਹੈ, ਜਿੱਥੇ ਆਪਾਂ ਸਨਮੁਖ ਹੋ ਜਾਂਦੇ ਹਾਂ, ਉੱਥੇ ਉਹ ਪਰਮੇਸ਼ਰ ਦੀ ਖੈਰ ਦੱਸਿਆ। ਫਿਰ ਕਹਿੰਦੇ ਚੌਥੀ ਨੀਅਤ ਰਾਸ, ਮਨ। ਫਿਰ ਉਸ ਨੂੰ ਪਾ ਕੇ ਫਿਰ ਮਨ ਜਿਹੜੀ ਹੈ ਨੀਅਤ ਸਾਡੀ ਕਿਸੇ ਲਾਲਚ ਦੇ ਵਿੱਚ ਨਹੀਂ ਜਾਣੀ ਚਾਹੀਦੀ, ਜਿਸ ਨੂੰ ਆਪਾਂ ਨਿਸ਼ਕਾਮ ਕਹਿ ਦਿੰਦੇ ਹਾਂ। ਪੰਜਵੀਂ ਸਿਫਤ ਸੁਣਾਏ ਵੀ ਫਿਰ ਉਸ ਖੈਰ ਨੂੰ ਪ੍ਰਾਪਤ ਕਰਕੇ ਮਨ ਦੇ ਵਿੱਚ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਸੰਸਾਰੀ ਲਾਲਚ ਦੇ, ਫਿਰ ਉਹਦੀ ਸਿਫਤ ਕਰਦਾ ਹੈ। ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾਏ। ਵੀ ਇਹ ਜਿਹੜੀਆਂ ਕਲਮਾਂ ਨੇ, ਆਹ ਕਰਨੀ ਹੈ ਸਾਡੀ, ਇਹ ਕਰਨੀ ਕਰਕੇ ਜੀਵ ਫਿਰ ਮੁਸਲਮਾਨ ਸਦਾ ਸਕਦਾ ਹੈ। ਜਿਵੇਂ ਜਾਂ ਮਹਾਰਾਜ ਸਮਝਾਉਂਦੇ ਨੇ ਕਿ ਮੁਸਲਮਾਨ ਮੂੰਹ ਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੇ। ਵੀ ਜਦੋਂ ਉਹ ਮੇਰਾ ਰੂਪ ਹੋ ਜਾਵੇ, ਮਨ ਪ੍ਰਕਾਸ਼ ਹੋ ਜਾਵੇ, ਪ੍ਰਕਾਸ਼ ਰੂਪ ਅੱਲਾ ਪਰਮੇਸ਼ਰ ਜੋ ਪਾਕ ਹੈ, ਤੇ ਉਹ ਜੀਵ ਵੀ ਪੂਰਨ ਪਾਕ ਹੋ ਜਾਵੇ, ਪਵਿੱਤਰ ਹੋ ਜਾਵੇ, ਉਹੀ ਰੂਪ ਹੋ ਜਾਵੇ, ਫਿਰ ਜਾ ਕੇ ਮੁਸਲਮਾਨ ਬਣਦਾ ਹੈ। ਇਸ ਕਰਕੇ ਸਮਝਾਉਂਦੇ ਨੇ। ਪਰ ਕਹਿੰਦੇ ਜਿਹੜੇ ਜੀਵ ਆਪਣੇ ਆਪ ਮੁਸਲਮਾਨ ਬਣੇ ਨੇ, ਅਸਲੀਅਤ ਤੋਂ ਦੂਰ ਨੇ, ਤੇ ਉਹ ਵਡਿਆਈ ਤਾਂ ਕਰਦੇ ਨੇ ਅੱਲਾ ਦੀ, ਲੇਕਿਨ ਥਾਏ ਨਹੀਂ ਪੈਂਦੀ ਜਦ ਤੱਕ ਉਹ ਗੁਰ ਜਾਂ ਪੀਰ ਲੈ ਕੇ ਗੁਰ ਪੀਰ ਦੁਆਰਾ ਸੋਝੀ ਨਹੀਂ ਲੈਂਦੇ। ਬਿਨ ਗੁਰ ਪੀਰੈ ਕੋ ਥਾਏ ਨਾ ਪਾਈ। ਰਾਹ ਦਸਾਏ ਉੱਥੇ ਕੋ ਜਾਏ। ਕਹਿੰਦੇ ਉੱਥੇ ਜਾਣਾ ਚਾਹੀਦਾ ਜੀਵ ਨੂੰ ਜਿੱਥੇ ਕੋਈ ਇਹ ਰਸਤਾ ਦੱਸਦਾ ਹੈ, ਇਹ ਗਿਆਨ ਦਿੰਦਾ ਹੈ। ਕਰਨੀ ਬਾਝੋਂ ਪਿਸਤ ਨਾ ਪਾਏ। ਜਦ ਤੱਕ ਅਸੀਂ ਕਰਨੀ ਨਹੀਂ ਕਰਦੇ, ਗੁਰ ਦਾ ਗਿਆਨ ਲੈ ਕੇ ਕਮਾਉਂਦੇ ਨਹੀਂ, ਸਾਨੂੰ ਪਿਸਤ ਨਹੀਂ ਪ੍ਰਾਪਤ ਹੁੰਦੀ, ਸਾਨੂੰ ਸਵਰਗ ਨਹੀਂ ਪ੍ਰਾਪਤ ਹੁੰਦਾ। ਕਿਉਂਕਿ ਪਿਸਤ ਤੇ ਦੋਜ਼ਖ, ਜੋ ਇਸਲਾਮ ਦੇ ਵਿੱਚ ਆਪਾਂ ਨਰਕ ਸਰੂਪ ਕਹਿ ਦਿੰਦੇ ਹਾਂ, ਇਹ ਪਿਸਤ ਕਹਿ ਦਿੰਦੇ, ਦੋਜ਼ਖ ਕਹਿ ਦਿੰਦੇ ਨੇ। ਨਰਕਾਂ ਨੂੰ ਦੋਜ਼ਖ ਕਹਿ ਦਿੰਦੇ ਨੇ, ਸਵਰਗ ਨੂੰ ਪਿਸਤ ਕਹਿ ਦਿੰਦੇ ਨੇ, ਜਾਂ ਜੰਨਤ ਕਹਿ ਦਿੰਦੇ ਹਨ। ਜੰਨਤ ਕਹਿ ਦਿੰਦੇ, ਜਿਵੇਂ ਆਪਾਂ ਕਹਿ ਦਿੰਦੇ ਮੁਕਤੀ ਪ੍ਰਾਪਤ ਹੁੰਦੀ ਹੈ। ਤੇ ਫਿਰ ਦੱਸਦੇ ਨੇ, ਕਹਿੰਦੇ ਜੋਗੀ ਕਹਿ ਕਰ ਜੁਗਤ ਦਸਾਈ, ਤਿਤ ਕਾਰਨ ਕੰਨ ਮੁੰਦਰਾ ਪਾਈ।
ਹੁਣ ਜੋਗੀ ਸੀ ਜਿਹੜਾ, ਜੋਗੀਆਂ ਦੇ ਘਰ ਕੀ ਸੀ, ਜੋਗ ਮਤ ਦੇ ਵਿੱਚ ਕਿਹਾ ਸੀ ਜੁਗਤ ਦੱਸੀ ਜਾਂਦੀ ਸੀ, ਗੁਰ ਸ਼ਬਦ ਦਾ ਗਿਆਨ ਦਿੱਤਾ ਜਾਂਦਾ ਸੀ। ਤੇ ਉਹਨਾਂ ਜੋਗੀਆਂ ਨੇ ਵੀ ਬਾਹਰ ਕੰਨਾਂ 'ਚ ਮੁੰਦਰਾ ਪਾ ਲਈਆਂ, ਪਾਉਣੀ ਸੀ ਗਿਆਨ ਦੀ ਮੁੰਦਰਾ ਜੁਗਤ ਦੀ, ਲੇਕਿਨ ਉਹ ਵੀ ਬਾਹਰੀ ਤੌਰ ਤੇ ਕੰਨਾਂ ਦੇ ਵਿੱਚ ਮੁੰਦਰਾ ਪਾ ਲੈਂਦੇ ਸੀ। ਮੁੰਦਰਾ ਪਾਏ ਫਿਰੇ ਸੰਸਾਰ, ਤੇ ਕਹਿੰਦੇ ਮੁੰਦਰਾ ਪਾਈਆਂ ਨੇ ਸੰਸਾਰ 'ਚ, ਸਾਰਾ ਸੰਸਾਰ ਹੀ, ਸਾਰੇ ਜੋਗੀ ਸੰਸਾਰ 'ਚ ਫਿਰ ਰਹੇ ਸੀ। ਜਿੱਥਾ ਕਿੱਥਾ ਸਿਰਜਣਹਾਰ, ਹੁਣ ਪਰਮੇਸ਼ਰ ਜੋ ਸਿਰਜਣਹਾਰ ਪਰਮੇਸ਼ਰ ਉਹ ਤਾਂ ਹਰ ਥਾਂ ਤੇ ਹੈ, ਜਿੱਥੇ ਕਿਤੇ ਵੀ ਜਾਈਏ ਉੱਥੇ ਪਰਮੇਸ਼ਰ ਹੈ। ਜੇਤੇ ਜੀ ਤੇਤੇ ਵਟਾਊ, ਪਰ ਮੇਰਾ ਸਮਝਾਉਂਦੇ ਨੇ ਕਿਉਂਕਿ ਜਦ ਤੱਕ ਗਿਆਨ ਨਹੀਂ ਲਿਆ, ਬਾਰੀ ਪਖੰਡ ਕੀਤਾ, ਬਾਰੀ ਭੇਖ ਕੀਤਾ, ਤਨ ਤੱਕ ਸੀਮਤ ਰਹੇ। ਤਨ ਕੀ ਹੈ? ਬਟਾਊ, ਰਾਈ ਹੈ, ਇਹਨੇ ਸਦਾ ਥਿਰ ਨਹੀਂ ਰਹਿਣਾ ਇੱਥੇ, ਤੇ ਮਨ ਵੀ ਜਿਹੜਾ ਹੈ ਇੱਥੇ ਰਹਿਣ ਵਾਲਾ ਨਹੀਂ ਹੈ। ਇਸ ਕਰਕੇ ਮੇਰਾ ਸਮਝਾਉਂਦੇ ਨੇ, ਕਹਿੰਦੇ ਇੰਨੇ ਨੂੰ ਸਮਾਂ ਆ ਜਾਂਦਾ ਹੈ ਜੀਵ ਦਾ, ਚੀਰੀ ਆਈ ਢਿੱਲ ਨਾ ਖਾਓ, ਵੀ ਇੰਨੇ ਨੂੰ ਚੀਰੀ ਫੜਦੀ ਹੈ ਉਧਰੋਂ, ਤੇ ਫਿਰ ਜੀਵ ਨੂੰ ਜਾਣਾ ਪੈਂਦਾ ਹੈ। ਇੱਥੇ ਜਾਣਾ ਸੋ ਜਾਏ ਸੁਜਾਣਾ, ਜਿਹੜਾ ਜੀਵ ਇੱਥੇ ਜਾਣ ਲੈਂਦਾ ਉਸ ਪ੍ਰਭੂ ਨੂੰ, ਉਸੇ ਨੂੰ ਫਿਰ ਇਹ ਸੋਝੀ ਆਉਂਦੀ ਹੈ, ਆਪ ਨੂੰ ਸੋਝੀ ਆਉਂਦੀ, ਦੂਜੇ ਜੀਵਾਂ ਨੂੰ ਸੋਝੀ ਦਿੰਦਾ ਹੈ। ਹੋਰ ਪੱਕੜ ਹਿੰਦੂ ਮੁਸਲਮਾਨੇ, ਨਹੀਂ ਤਾਂ ਮਹਾਰਾਜ ਕਹਿੰਦੇ ਸਭ ਭਰਮ ਦੇ ਵਿੱਚ ਹੀ ਪਏ ਹੋਏ ਜੀਵ ਨੇ, ਚਾਹੇ ਕੋਈ ਹਿੰਦੂ ਕਹਾਉਂਦਾ, ਕੋਈ ਮੁਸਲਮਾਨ ਕਹਾਉਂਦਾ, ਜੇ ਜਾਣਿਆ ਨਹੀਂ ਉਸ ਪ੍ਰਭੂ ਨੂੰ ਤੇ ਫਿਰ ਅਸੀਂ ਇੱਕ ਭੇਖ ਦੇ ਹੀ ਹਿੰਦੂ ਮੁਸਲਮਾਨ ਹਾਂ। ਇਹਦਾ ਅੱਜ ਸਿੱਖ ਵੀ ਆਪਾਂ ਕਹਿ ਲਈਏ, ਕਿਉਂਕਿ ਸਿੱਖ ਵੀ ਆਪਾਂ ਇੱਕ ਭੇਖ ਤੱਕ ਸੀਮਤ ਰਹਿ ਗਏ ਹਾਂ। ਹਾਲਾਂਕਿ ਆਪਾਂ ਦੇਖ ਵੀ ਰਹੇ ਹਾਂ ਕਿ ਸਿੱਖੀ ਭੇਸ ਦੇ ਵਿੱਚ ਵੀ ਕੀ ਕੁਛ ਹੋ ਰਿਹਾ ਹੈ ਸੰਸਾਰ ਦੇ ਵਿੱਚ। ਅੱਜ ਸਾਇੰਸ ਦਾ ਯੁੱਗ ਹੈ, ਹਰ ਥਾਂ ਤੇ ਕੈਮਰੇ ਲੱਗੇ ਨੇ, CCTV ਕੈਮਰੇ ਲੱਗੇ ਨੇ, ਜਿਨ੍ਹਾਂ ਦੇ ਵਿੱਚ ਰਿਕਾਰਡਿੰਗ ਹੋ ਜਾਂਦੀਆਂ ਨੇ ਹਰਕਤਾਂ। ਬਾਹਰੋਂ ਸਿੱਖ ਹੁੰਦੇ ਨੇ, ਬਾਣੇ ਪਾਏ ਹੁੰਦੇ ਨੇ, ਲੇਕਿਨ ਕਰਨੀ ਉਹਨਾਂ ਦੀ ਕਰਦੇ ਬੁਰਾਈਆਂ ਨੇ। ਇਸ ਕਰਕੇ ਉਹ ਸਾਰਾ ਸਮਝਾਇਆ ਹੈ ਸਤਿਗੁਰਾਂ ਨੇ ਕਿ ਜਿਵੇਂ ਉਹ ਆ ਕੇ ਵਿਚਾਰ ਦਿੰਦੇ ਸੀ ਉਹਨਾਂ ਜੀਵਾਂ ਨੂੰ, ਤੇ ਅੱਜ ਉਹਨਾਂ ਦੇ ਸਿੱਖ ਕਹਾਉਣ ਵਾਲੇ ਵੀ ਉਸੇ ਭਰਮ ਦੇ ਵਿੱਚ ਫਸੇ ਨੇ। ਸਭਨਾ ਕਾ ਦਰ ਲੇਖਾ ਹੋਏ, ਫਿਰ ਅੱਗੇ ਸਾਰਿਆਂ ਦਾ ਲੇਖਾ ਹੋਣਾ ਉਸ ਪ੍ਰਭੂ ਦੇ ਦਰ ਤੇ ਜਦੋਂ ਆ ਜਾਂਦਾ ਹੈ। ਜਦ ਆਉਂਦੇ ਨੇ ਚੀਰੀ ਫੜਦੀ ਹੈ, ਫਿਰ ਲੇਖਾ ਹੁੰਦਾ ਹੈ ਸਾਡਾ। ਕਰਨੀ ਬਾਝੋਂ ਤਰੇ ਨਾ ਕੋਏ, ਜਦ ਤੱਕ ਉਹ ਕਰਨੀ ਨਹੀਂ ਕਰਦੇ ਜਿਹੜੀ ਕਰਨੀ ਨੂੰ ਅਸੀਂ ਆਏ ਹਾਂ। ਜੇ ਕੋਈ ਰਸਤਾ ਦੱਸਦਾ ਉੱਥੇ ਜਾ ਕੇ ਗਿਆਨ ਲੈਣਾ ਹੈ, ਉਸ ਨੂੰ ਸੁਣ ਕੇ ਮੰਨ ਕੇ ਕਰਨਾ ਹੈ। ਜਦ ਤੱਕ ਨਹੀਂ ਕਰਦੇ, ਮਹਾਰਾਜ ਸਮਝਾਉਂਦੇ ਨੇ ਕਿ ਅਸੀਂ ਤਰ ਨਹੀਂ ਸਕਦੇ, ਭਵ ਸਾਗਰ ਦੇ ਵਿੱਚ ਡੁੱਬਦੇ ਹਾਂ। ਸੱਚੋ ਸੱਚ ਵਖਾਣਾ ਕੋਏ, ਨਾਨਕ ਅੱਗੇ ਪੁੱਛ ਨਾ ਹੋਏ। ਜੇ ਕੋਈ ਸੱਚ ਨੂੰ ਜਾਣਦਾ ਹੈ, ਫਿਰ ਉਹ ਸੱਚ ਦਾ ਗਿਆਨ ਦਿੰਦਾ ਹੈ। ਕੋਈ ਵਿਰਲੇ ਵਿਰਲੇ ਜੀਵ ਹੁੰਦੇ ਨੇ ਜਿਹੜੇ ਸੱਚ ਨੂੰ ਜਾਣਦੇ ਨੇ, ਸੱਚ ਦਾ ਗਿਆਨ ਦਿੰਦੇ ਨੇ, ਤੇ ਉਹਨਾਂ ਦੇ ਅੱਗੇ ਲੇਖਾ ਨਹੀਂ ਹੁੰਦਾ, ਉਹਨਾਂ ਨੂੰ ਅੱਗੇ ਪੁੱਛ ਪੜਤਾਲ ਨਹੀਂ ਹੁੰਦੀ, ਕਿਉਂਕਿ ਉਹ ਜਾ ਕੇ ਸੱਚ ਸਮਾਉਂਦੇ ਨੇ। ਉਸ ਤੋਂ ਬਿਨਾਂ ਦੂਜੇ ਸਾਰੇ ਜੀਵਾਂ ਦਾ ਜਿਹੜੇ ਸਿਰਫ ਇੱਕ ਵਾਰ ਹੀ ਪਖੰਡ ਕਰਦੇ ਨੇ, ਸਾਰਿਆਂ ਦਾ ਲੇਖਾ ਹੁੰਦਾ ਹੈ। ਕਿਉਂਕਿ ਉਸ ਸਮੇਂ ਦੇ ਹਾਲਾਤ ਬਿਆਨ ਕੀਤੇ ਨੇ ਜੋ ਉਸ ਸਮੇਂ ਹੋ ਰਿਹਾ ਸੀ। ਜੇ ਅੱਜ ਦੇਖੀਏ ਆਪਾਂ, ਅੱਜ ਵੀ ਉਵੇਂ ਹੀ ਸੰਸਾਰ ਚੱਲ ਰਿਹਾ ਹੈ। ਹੁਣ ਮਹਾਰਾਜ ਸਮਝਾਉਂਦੇ ਨੇ ਜਿਹੜਾ ਸਾਡਾ ਕਾਇਆ ਹੈ, ਇਸ ਨੂੰ ਕਾਗਜ਼ ਦੀ ਨਿਆਈ ਕਿਹਾ ਹੈ। ਮਨ ਹੈ ਜੋ ਇਸਨੇ ਪ੍ਰਵਾਨ ਹੋਣਾ ਹੈ, ਕਿਉਂਕਿ ਸਰੀਰ ਤਾਂ ਸਾਡਾ ਇੱਕ ਦਿਨ ਨਾਸ ਹੋ ਜਾਣਾ ਹੈ, ਕਾਗਜ਼ ਦੀ ਤਰ੍ਹਾਂ ਗਲ ਜਾਣਾ ਹੈ।
ਤੇ ਇਹਦੇ ਤੇ ਹੀ ਆਪਾਂ ਜਿਹੜੀ ਸਾਡੀ ਕਾਇਆ ਹੈ 10 ਦੁਆਰਾਂ ਦੀ ਕਾਇਆ ਹੈ ਆਪਣੀ। ਜਿਹੜੇ 9 ਦੁਆਰ ਨੇ ਇਹ ਨਾਸਵਾਨ ਨੇ, ਤੇ ਜਿਹੜਾ 10ਵਾਂ ਦੁਆਰ ਹੈ ਉਹ ਥਿਰ ਹੈ, ਉਹ ਕੰਚਨ ਕਾਇਆ ਹੈ, ਉਹ ਨਾਸਵਾਨ ਨਹੀਂ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਅਸੀਂ ਜਿਹੜੇ ਮਨ ਦੇ ਸਾਡੇ ਲੇਖ ਨੇ ਜੋ ਸਾਡੇ, ਉਹ ਅਸੀਂ ਨਹੀਂ ਪੜ੍ਹਦੇ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਹ ਆਣਾ। ਵੀ ਉਹ ਲੇਖ ਨੇ ਜਿਹੜੇ ਉਹ ਅਸੀਂ ਨਹੀਂ ਪੜ੍ਹਦੇ, ਉਸ ਨੂੰ ਅਸੀਂ ਨਹੀਂ ਜਾਣਦੇ। ਦਰਗਹਿ ਘੜੀਐ ਤੀਨੇ ਲੇਖ, ਖੋਟਾ ਕਾਮ ਨਾ ਆਵੈ ਬੇ। ਤੇ ਜਿਹੜਾ ਲੇਖ ਹੈ ਉਹ ਸਾਡਾ ਕਿੱਥੇ ਲਿਖਿਆ ਜਾਂਦਾ ਹੈ, ਕਿੱਥੇ ਕੜੇ ਜਾਂਦੇ ਨੇ? ਦਰਗਾਹ ਦੇ ਵਿੱਚ, ਜਿਸ ਨੂੰ ਆਪਾਂ ਜਨੇਊ ਵੀ ਕਹਿ ਰਹੇ ਸੀ ਵੀ ਕਿੱਥੋਂ ਪ੍ਰਾਪਤ ਹੁੰਦਾ ਹੈ? ਦਰਗਾਹ ਦੇ ਵਿੱਚੋਂ। ਕਿਉਂਕਿ ਸਾਡੇ ਦਰਗਾਹ ਕਿੱਥੇ ਹੈ? ਦੂਰ ਨਹੀਂ ਹੈ, ਸਾਹਮਣੇ ਹੈ। ਇਹ ਮਨ ਹੈ, ਇਹ ਪੁਆਇੰਟ ਆਪਣਾ ਜਿੱਥੋਂ ਆਪਾਂ ਸਵਾਸ ਲੈਂਦੇ, ਤੇ ਆ ਸਾਹਮਣੇ ਦਰਗਾਹ ਹੈ। ਇੱਥੇ ਜਾ ਕੇ ਹੀ ਆਪਣਾ ਲੇਖਾ ਲਿਖਿਆ ਜਾਂਦਾ, ਇੱਥੇ ਹੀ ਘੜਿਆ ਜਾਂਦਾ, ਪਰ ਇਹ ਕਿਸੇ ਨੂੰ ਗਿਆਨ ਨਹੀਂ ਹੈ। ਇੱਥੇ ਕੌਣ ਜਾ ਸਕਦਾ ਹੈ? ਖਰਾ। ਖੋਟਾ ਇੱਥੇ ਨਹੀਂ ਜਾ ਸਕਦਾ। ਖਰਾ ਬਣਨ ਵਾਸਤੇ ਹੀ ਸਾਨੂੰ ਸੰਗਤ 'ਚ ਜਾਣਾ ਪੈਂਦਾ ਹੈ, ਗਿਆਨ ਲੈਣਾ ਪੈਂਦਾ ਹੈ ਕਿ ਆਪਾਂ ਖਰੇ ਕਿਵੇਂ ਹੋਈਏ, ਕਿਵੇਂ ਅਸੀਂ ਪ੍ਰਵਾਨ ਹੋਈਏ ਉਸ ਪ੍ਰਭੂ ਦੇ ਦਰ ਦੇ ਉੱਤੇ। ਕਿਉਂ? ਕਿਸ ਨੇ ਪ੍ਰਵਾਨ ਹੋਣਾ ਹੈ? ਮਨ ਨੇ। ਪਰ ਲੇਖ ਲਿਖਣੇ ਪੈਂਦੇ ਨੇ ਇਸ ਕਾਇਆ ਦੇ ਵਿੱਚ। ਇੱਥੇ 10ਵਾਂ ਦੁਆਰ ਹੈ ਆਪਣਾ। ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੈ ਸਭ ਕੋਈ। ਜੇ ਸਾਨੂੰ ਆਪਣੇ ਆਪ ਦਾ ਗਿਆਨ ਹੋ ਜਾਵੇ, ਸਾਡਾ ਉਹ ਰੂਪ ਪ੍ਰਗਟ ਹੋ ਜਾਵੇ ਜੋ ਇੱਕ ਪ੍ਰਕਾਸ਼ ਦੀ ਨਿਆਈ ਹੈ, ਸ਼ੀਸ਼ੇ ਦੀ ਨਿਆਈ ਹੈ, ਫਿਰ ਸਾਨੂੰ ਸਾਰੇ ਖਰਾ ਕਹਿੰਦੇ ਨੇ। ਉਸ ਦਰਗਾਹ ਦੇ ਵਿੱਚ ਫਿਰ ਆਪਾਂ ਖਰੇ ਹੋ ਜਾਂਦੇ ਹਾਂ ਜਦੋਂ ਸਾਡਾ ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਪਰ ਜਦ ਤੱਕ ਸਾਡਾ ਮਨ ਅਸਥੂਲ ਹੈ, ਇਸ ਮਾਇਆ ਦੇ ਕਾਰਨ ਮੈਲਾ ਹੈ, ਉਦੋਂ ਤੱਕ ਆਪਣਾ ਮਨ ਖੋਟਾ ਹੈ। ਤੇ ਹੁਣ ਸਮਝਾਉਂਦੇ ਨੇ ਕਿ ਸੰਸਾਰ ਦੇ ਵਿੱਚ ਕੀ ਹੋ ਰਿਹਾ ਹੈ। ਕਾਦੀ ਕੂੜ ਬੋਲ ਮਲ ਖਾਏ। ਕਾਜੀ ਜਿਵੇਂ ਆਪਣੇ ਧਰਮ ਦੇ ਵਿੱਚ, ਹਿੰਦੂ ਧਰਮ ਦੇ ਵਿੱਚ ਪੰਡਤ ਹੁੰਦੇ ਨੇ, ਪੂਜਾ ਕਰਨ ਵਾਲੇ ਹੁੰਦੇ ਨੇ, ਸਿੱਖ ਧਰਮ ਦੇ ਵਿੱਚ ਨੇ, ਏਦਾਂ ਹੀ ਇਹ ਮੁਸਲਮਾਨਾਂ ਦੇ ਧਰਮ ਦੇ ਵਿੱਚ ਨੇ, ਜਿਨ੍ਹਾਂ ਨੂੰ ਕਾਜੀ ਕਹਿ ਦਿੰਦੇ ਨੇ, ਮੌਲਾ ਮੁੱਲਾ ਕਹਿ ਦਿੰਦੇ ਨੇ, ਮੌਲਵੀ ਕਹਿ ਦਿੰਦੇ ਨੇ। ਹੁਣ ਇੱਥੇ ਸਮਝਾਉਂਦੇ ਨੇ, ਕਹਿੰਦੇ ਜਿਹੜਾ ਕਾਜੀ ਹੈ ਇਸਲਾਮ ਦਾ, ਜਿਹੜਾ ਧਰਮੀ ਬੰਦੇ ਨੇ, ਜਿਹੜੇ ਮੋਤਬਰ ਬੰਦੇ ਨੇ, ਕਹਿੰਦੇ ਉਹ ਕੂੜ ਬੋਲ ਕੇ ਮਲ ਖਾਂਦਾ ਹੈ। ਮਲ ਕੀ ਹੁੰਦੀ ਹੈ? ਪੂਜਾ ਦਾ ਧਾਨ ਖਾਣਾ, ਮਲੇਸ਼। ਕਹਿੰਦੇ ਉਹ ਕੂੜ ਗੱਲਾਂ ਕੂੜ ਦੀਆਂ ਕਰਦਾ, ਕਿਉਂਕਿ ਉਸ ਨੂੰ ਅੱਲਾ ਦਾ ਗਿਆਨ ਨਹੀਂ, ਅੱਲਾ ਦੇ ਨਾਮ ਦੀ ਸੋਝੀ ਨਹੀਂ ਹੈ, ਤੇ ਉਹ ਕੂੜ ਬੋਲ ਕੇ ਮਲ ਖਾ ਰਿਹਾ ਹੈ। ਬ੍ਰਾਹਮਣ ਨਾਵੈ ਜੀ ਕਾਇ। ਏਦਾਂ ਬ੍ਰਾਹਮਣ ਹੈ, ਬਾਹਰੀ ਬ੍ਰਾਹਮਣ ਬਣਿਆ ਹੋਇਆ ਹੈ, ਉਧਰ ਕਾਜੀ ਹੈ, ਇੱਧਰ ਬ੍ਰਾਹਮਣ ਬਣਿਆ ਹੈ। ਉਹ ਵੀ ਲੋਕਾਂ ਨੂੰ, ਜਿਵੇਂ ਆਪਾਂ ਕਹਿ ਦਈਏ ਕਿ ਲੋਕਾਂ ਨੂੰ ਲੁੱਟਦਾ ਹੈ, ਜੀ ਘਾਤ ਕਰਦਾ ਹੈ। ਗਿਆਨ ਹੈ ਨਹੀਂ, ਪਰ ਆਪਣੇ ਆਪ ਨੂੰ ਬ੍ਰਾਹਮਣ ਦਿਖਾਵਾ ਕਰਦਾ ਹੈ। ਨਾਮ ਦੀਆਂ ਗੱਲਾਂ ਤਾਂ ਕਰਦਾ, ਨਾਮ ਦੀ ਸੋਝੀ ਨਹੀਂ, ਤੇ ਜੀਵਾਂ ਨੂੰ ਲੁੱਟਦਾ ਹੈ। ਜੋਗੀ ਜੁਗਤ ਨਾ ਜਾਣੈ ਅੰਧ। ਜਿਹੜੇ ਜੋਗੀ ਨੇ ਉਹ ਵੀ ਬਾਹਰੀ ਭੇਖਤਾ ਕਰਦੇ ਨੇ, ਕੰਨਾਂ 'ਚ ਮੁੰਦਰਾ ਪਾਉਂਦੇ ਨੇ, ਲੇਕਿਨ ਜੁਗਤ ਉਹਨਾਂ ਨੂੰ ਵੀ ਨਹੀਂ ਪਤਾ। ਤੀਨੇ ਉਜਾੜੇ ਕੇ ਬੰਦ। ਤੇ ਮਹਾਰਾਜ ਸਮਝਾਉਂਦੇ, ਕਹਿੰਦੇ ਤਿੰਨੇ ਹੀ ਉਜਾੜੇ ਦੇ ਬੰਦ ਨੇ, ਉਜਾੜਾ ਹੀ ਕਰਦੇ ਨੇ, ਤਿੰਨਾਂ ਨੂੰ ਗਿਆਨ ਨਹੀਂ ਹੈ।
ਨਾ ਕਾਜੀ ਨੂੰ ਗਿਆਨ ਹੈ ਇਸਲਾਮ ਧਰਮ ਦਾ, ਨਾ ਬ੍ਰਾਹਮਣ ਨੂੰ ਗਿਆਨ ਹੈ ਰਾਮ ਨਾਮ ਦਾ, ਤੇ ਨਾ ਹੀ ਜੋਗੀ ਨੂੰ ਜੁਗਤ ਦਾ ਪਤਾ ਹੈ। ਤਿੰਨੇ ਉਜਾੜਾ ਹੀ ਕਰਦੇ ਨੇ। ਤੇ ਹੁਣ ਦੱਸਦੇ ਨੇ ਵੀ ਜੋਗੀ ਕਿਹੋ ਜਿਹਾ ਹੋਵੇ, ਜੋਗੀ ਕਦੋਂ ਬਣਦਾ ਹੈ। ਸੋ ਜੋਗੀ ਜੋ ਜੁਗਤ ਪਛਾਣੈ, ਗੁਰ ਪ੍ਰਸਾਦੀ ਇੱਕ ਹੋ ਜਾਣਾ। ਵੀ ਜਿਹੜਾ ਗੁਰ ਦਾ ਗਿਆਨ ਲੈ ਕੇ ਇੱਕ ਪਰਮੇਸ਼ਰ ਨੂੰ ਜਾਣ ਲੈਂਦਾ ਹੈ, ਗੁਰ ਹੈ ਜੁਗਤ। ਜਿਹੜਾ ਜੁਗਤ ਨੂੰ ਪਹਿਚਾਣ ਲੈਂਦਾ ਹੈ, ਇੱਕ ਨੂੰ ਜਾਣ ਲੈਂਦਾ, ਉਹ ਜੋਗੀ ਹੈ। ਸੋ ਕਾਜੀ ਜੋ ਉਲਟੀ ਕਰੇ, ਕਾਜੀ ਉਹ ਹੈ ਜਿਹੜਾ ਆਪਣੀ ਮੱਤ ਨੂੰ ਉਲਟੀ ਕਰ ਲੈਂਦਾ ਹੈ। ਗੁਰ ਪ੍ਰਸਾਦੀ ਜੀਵਤ ਮਰੈ, ਜਿਹੜਾ ਗੁਰ ਦਾ ਗਿਆਨ ਲੈ ਕੇ ਜੀਵਤ ਮਰ ਜਾਂਦਾ ਹੈ। ਜੀਵਤ ਮਰਨਾ ਹੈ ਕਿ ਮਨ ਦਾ ਪ੍ਰਕਾਸ਼ ਰੂਪ ਹੋ ਜਾਣਾ, ਮਨ ਅਸਤੂਲ ਤੋਂ ਪ੍ਰਕਾਸ਼ ਹੋ ਜਾਣਾ। ਵੀ ਜਿਹੜਾ ਗੁਰ ਦਾ ਗਿਆਨ ਲੈ ਕੇ ਮਨ ਨੂੰ ਅਸਥੂਲ ਤੋਂ ਪ੍ਰਕਾਸ਼ ਕਰ ਲੈਂਦਾ ਹੈ, ਮਤ ਉਲਟ ਜਾਂਦੀ ਹੈ, ਜਿਹਨੂੰ ਮਹਾਰਾਜ ਸਮਝਾਉਂਦੇ ਨੇ ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਹੋ। ਨਾਨਕ ਮੈਲ ਨਾ ਲੱਗਈ ਨਾ ਫਿਰ ਜੂਨੀ ਪਾਹੋ। ਕਹਿੰਦੇ ਕਾਜੀ ਉਹ ਹੈ ਜਿਹੜਾ ਗੁਰ ਦਾ ਗਿਆਨ ਲੈ ਕੇ ਜੀਵਤ ਮਰਦਾ ਹੈ, ਆਪਣੀ ਮਤ ਨੂੰ ਉਲਟੀ ਕਰ ਲੈਂਦਾ ਹੈ, ਕਿਉਂਕਿ ਪਹਿਲਾਂ ਗਿਆਨ ਨਹੀਂ, ਫਿਰ ਗਿਆਨ ਹੋ ਜਾਂਦਾ ਹੈ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ, ਬ੍ਰਾਹਮਣ ਉਹ ਹੈ ਭੇਖੀ ਨਹੀਂ ਵਾਰੀ ਨਹੀਂ, ਜੋ ਬ੍ਰਹਮ ਦੀ ਵਿਚਾਰ ਕਰਦਾ ਹੈ। ਆਪ ਤਰੈ ਸਗਲੇ ਕੁਲ ਤਾਰੈ, ਆਪ ਵੀ ਤਰ ਜਾਵੇ, ਆਪਣੇ ਸਾਰੇ ਕੁਲਾਂ ਨੂੰ ਵੀ ਤਾਰ ਲੈਂਦਾ ਹੈ, ਉਹ ਬ੍ਰਾਹਮਣ ਹੈ। ਦਾਨਸ਼ਮੰਦ ਸੋਈ ਦਿਲ ਧੋਵੈ, ਉਹੀ ਸਾਨੂੰ ਦਾਨ ਦਿੰਦਾ ਹੈ, ਉਹੀ ਗਿਆਨ ਦਿੰਦਾ ਹੈ ਜਿਹੜਾ ਸਾਡੇ ਦਿਲਾਂ ਨੂੰ ਧੋਂਦਾ ਹੈ। ਜਿਹਨੇ ਆਪਣਾ ਦਿਲ ਧੋਤਾ ਹੋਏਗਾ, ਆਪਣਾ ਮਨ ਧੋਤਾ ਹੋਏਗਾ, ਉਹੀ ਦੂਜੇ ਜੀਵਾਂ ਨੂੰ ਦੱਸੇਗਾ ਵੀ ਏਦਾਂ ਆਪਣੇ ਮਨ ਨੂੰ ਧੋਣਾ ਹੈ। ਗਿਆਨ ਦੁਆਰਾ ਇਸ਼ਨਾਨ ਕਰਵਾਉਂਦਾ ਹੈ, ਜਿਵੇਂ ਆਪਾਂ ਗੁਰਦੇ ਸੇਵਾ ਦੇ ਨਾਲ ਮਨ ਦਾ ਇਸ਼ਨਾਨ ਕਰਦੇ ਹਾਂ। ਮਨ ਨੂੰ ਹੀ ਦਿਲ ਕਿਹਾ ਹੈ, ਕਿ ਇੱਥੇ ਆਪਾਂ ਹੋਰ ਨਾ ਕੁਝ ਸਮਝ ਲੈਣਾ, ਕਿਉਂਕਿ ਭਗਤਾਂ ਨੇ ਕਿਸੇ ਨੇ ਸਮੇਂ ਦੇ ਉੱਤੇ ਬਦਲਦਾ ਆਇਆ ਹੈ ਥੋੜਾ। ਜਿਵੇਂ ਬਾਬਾ ਕਬੀਰ ਜੀ ਹੋਣੀ ਕਈ ਵਾਰੀ ਦਿਲ ਦੀ ਗੱਲ ਕਰ ਦਿੰਦੇ ਵੀ ਦਿਲ ਨੂੰ ਖੋਜੋ, ਮਨ ਨੂੰ ਖੋਜੋ, ਕਾਇਆ ਨੂੰ ਖੋਜੋ। ਇਸ ਕਰਕੇ ਇੱਥੇ ਸਮਝਾਉਂਦੇ ਨੇ, ਕਹਿੰਦੇ ਮੁਸਲਮਾਨ ਸੋਈ ਮਲ ਖੋਵੇ, ਜਿਹਨੇ ਆਪਣੇ ਮਨ ਦੀ ਮੈਲ ਖੋ ਲਈ, ਮਨ ਪ੍ਰਕਾਸ਼ ਹੋ ਗਿਆ, ਹਉਮੈ ਦੀ ਮੈਲ ਖਤਮ ਹੋ ਗਈ, ਉਹੀ ਮੁਸਲਮਾਨ ਹੈ। ਪੜਿਆ ਬੂਝੈ ਸੋ ਪ੍ਰਵਾਨ, ਕਹਿੰਦੇ ਉਹੀ ਪ੍ਰਵਾਨ ਹੈ ਜਿਹੜਾ ਪੜ੍ਹ ਕੇ ਬੁੱਝ ਲਵੇ। ਜਿਹੜਾ ਕੱਲਾ ਪੜਿਆ ਹੈ ਬੁੱਝਿਆ ਨਹੀਂ, ਉਹ ਨਹੀਂ ਪ੍ਰਵਾਨ। ਜਿਹਨੇ ਪੜ੍ਹ ਕੇ ਬੁੱਝ ਲਿਆ, ਪੜ੍ਹ ਬੂਝੈ ਸਮਝੈ ਸੂਝੈ, ਅੰਤ ਨਿਰੰਤਰ ਸਾਚਾ। ਗੁਰਮੁਖ ਦੇਖੈ ਸਾਚ ਸੰਭਾਲੇ, ਬਿਨ ਸਾਚੇ ਜਗ ਕਾਚਾ। ਵੀ ਜਿਹਨੇ ਪੜ੍ਹ ਕੇ ਬੁੱਝ ਲਿਆ, ਉਹ ਪ੍ਰਵਾਨ ਹੈ। ਜਿਸ ਸਿਰ ਦਰਗਹਿ ਕਾ ਨਿਸ਼ਾਨ, ਫਿਰ ਜਿਸ ਦੇ ਕੋਲ, ਜਿਸ ਦੇ ਮਸਤਕ ਤੇ ਦਰਗਾਹ ਦਾ ਸ਼ਬਦ ਹੈ, ਦਰਗਾਹ ਦਾ ਨਿਸ਼ਾਨ ਕੀ ਹੈ? ਸ਼ਬਦ। ਜਿਸ ਦੇ ਕੋਲ ਇਥੋਂ ਮਾਲਕ ਵੱਲੋਂ ਦਿੱਤਾ ਹੋਇਆ ਗੁਰ ਸ਼ਬਦ ਹੈ, ਉਹ ਫਿਰ ਉੱਥੇ ਪ੍ਰਵਾਨ ਹੈ। ਉਹ ਪੜ੍ਹਦਾ ਵੀ ਹੈ, ਉਸ ਨੂੰ ਪੜ੍ਹ ਕੇ ਬੁੱਝਦਾ ਵੀ ਹੈ। ਕਿਉਂਕਿ ਪੜ੍ਹਦਾ ਸਾਰਾ ਸੰਸਾਰ ਹੈ, ਪਰ ਬੁੱਝਦਾ ਕੋਈ ਬਿਰਲਾ ਹੈ। ਪਰਮੇਸ਼ਰ ਦਾ ਭੇਤ ਪੜ੍ਹਨ ਦੇ ਨਾਲ ਨਹੀਂ ਆਉਂਦਾ, ਬੁੱਝਣ ਦੇ ਨਾਲ ਆਉਂਦਾ ਹੈ। ਪੜ੍ਹਿਆ ਨਾਹੀਂ ਭੇਦ, ਬੁੱਝਿਆ ਪਾਵਣਾ। ਹੁਣ ਇੱਥੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਉਪਦੇਸ਼ ਦਿੰਦੇ ਨੇ, ਵਿਚਾਰ ਕਰਦੇ ਨੇ ਕਾਜੀ ਦੇ ਨਾਲ, ਮੌਲਵੀ ਦੇ ਨਾਲ, ਤੇ ਨਾਲੇ ਦੱਸਦੇ ਨੇ, ਰਹੋ ਪੰਕਤੀ ਦੇ ਵਿੱਚ ਸਮਝਾਉਂਦੇ ਨੇ ਪਹਿਲਾ ਸ਼ਬਦ, ਕਹਿੰਦੇ ਮਰਨਾ ਮੁੱਲਾ ਮਰਨਾ, ਭੀ ਕਰਤਾਰੋਂ ਡਰਨਾ। ਮਰਨਾ ਹੈ ਕਿਉਂਕਿ ਮਰਨਾ ਇੱਕ ਤਨ ਦਾ ਮਰਨਾ ਹੈ ਤੇ ਇੱਕ ਮਨ ਦਾ ਮਰਨਾ ਹੈ।
ਜਦੋਂ ਸਾਡਾ ਮਨ ਮਰ ਜਾਂਦਾ ਹੈ, ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ, ਪ੍ਰਭੂ ਨੂੰ ਜਾਣ ਲੈਂਦਾ ਹੈ, ਫਿਰ ਉਹ ਪ੍ਰਭੂ ਦੇ ਭੈ ਦੇ ਵਿੱਚ ਰਹਿੰਦਾ ਹੈ। ਉਹਨੂੰ ਕਹਿੰਦੇ ਨੇ ਜੀਵਤ ਮਰਨਾ। ਜਦ ਤੱਕ ਮਨ ਮਰਿਆ ਨਹੀਂ, ਮਨ ਅਸਥੂਲ ਹੈ, ਤੇ ਇਸ ਨੂੰ ਪ੍ਰਭੂ ਦਾ ਵੀ ਡਰ ਨਹੀਂ ਹੈ। ਕਿਉਂਕਿ ਰੱਬ ਨੂੰ ਕਿੱਥੇ ਸਮਝਦਾ ਹੈ? ਗੁਰਦੁਆਰੇ, ਮੰਦਿਰ, ਮਸਜਿਦ ਦੇ ਵਿੱਚ ਜੀਵ ਸਮਝਦਾ ਵੀ ਉੱਥੇ ਹੀ ਰੱਬ ਹੈ। ਬਸ ਉੱਥੇ ਅਸੀਂ ਨਹਾ ਧੋ ਕੇ ਚਲੇ ਜਾਈਏ, ਬਾਕੀ ਫਿਰ ਅਸੀਂ ਕੁਛ ਵੀ ਕਰੀ ਜਾਈਏ। ਲੇਕਿਨ ਜਿਹੜਾ ਮਨ ਮਰ ਜਾਂਦਾ ਹੈ, ਪ੍ਰਕਾਸ਼ ਰੂਪ ਹੋ ਜਾਂਦਾ ਹੈ, ਪ੍ਰਭੂ ਨੂੰ ਜਾਣ ਲੈਂਦਾ ਹੈ, ਉਹ ਫਿਰ ਹਰ ਥਾਂ ਪ੍ਰਭੂ ਨੂੰ ਸਮਝਦਾ ਹੈ ਤੇ ਹਰ ਥਾਂ ਉਸ ਦੇ ਭੈ ਦੇ ਵਿੱਚ ਰਹਿੰਦਾ, ਹਰ ਥਾਂ ਉਸ ਨੂੰ ਦੇਖਦਾ ਹੈ। ਫਿਰ ਹੀ ਪਰਮੇਸ਼ਰ ਦਾ ਡਰ ਪੈਦਾ ਹੁੰਦਾ ਹੈ, ਜਦੋਂ ਮਨ ਜੀਵਤ ਮਰਦਾ ਹੈ। ਹੁਣ ਸਮਝਾਉਂਦੇ ਨੇ, ਕਹਿੰਦੇ ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੋ। ਮੌਲਾਨਾ ਤੂੰ ਨਹੀਂ, ਮੌਲਾ ਤਾਂ ਪਰਮੇਸ਼ਰ ਹੈ, ਜਿਹਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਜਿਹਨੇ ਸੰਸਾਰ ਨੂੰ ਸਿਰਜ ਕੇ ਹਰਿਆ ਕੀਆ ਹੈ, ਪੈਦਾ ਕੀਤਾ ਹੈ, ਸੰਸਾਰ ਨੂੰ ਜੀਵਤ ਰੱਖ ਰਿਹਾ ਹੈ, ਸੰਸਾਰ ਨੂੰ ਸੋਹਣਾ ਬਣਾਇਆ ਹੈ। ਆਪ ਖਾਕ ਜਿਨ ਬੰਦ ਰਹਾਈ, ਧਨ ਸਿਰਜਣਹਾਰੋ। ਜਿਹਨੇ ਮਿੱਟੀ ਤੇ ਪਾਣੀ ਨੂੰ ਇਕੱਠਾ ਕਰਕੇ ਰੱਖਿਆ ਹੋਇਆ ਹੈ, ਕਹਿੰਦੇ ਉਹ ਧਨ ਹੈ, ਉਹ ਸਿਰਜਣਹਾਰ ਹੈ, ਜੋ ਉਹੀ ਅਸਲੀ ਮੌਲਿਆ ਹੋਇਆ ਉਹ ਮੌਲਾ ਹੈ। ਤੇ ਹੁਣ ਕਹਿੰਦੇ ਨੇ, ਕਹਿੰਦੇ ਤਾਂ ਤੂੰ ਮੁੱਲਾ, ਤਾਂ ਤੂੰ ਕਾਜੀ, ਜਾਣੈ ਨਾਮ ਖੁਦਾਈ। ਵੀ ਤੈਨੂੰ ਤਾਂ ਹੀ ਅਸੀਂ ਮੌਲਵੀ ਕਹਿ ਸਕਦੇ, ਤਾਂ ਹੀ ਤੈਨੂੰ ਕਾਜੀ ਕਹਿ ਸਕਦੇ ਹਾਂ, ਤਾਂ ਹੀ ਮੰਨਦੇ ਹਾਂ ਜੇ ਤੂੰ ਨਾਮ, ਖੁਦਾ ਦੇ ਨਾਮ ਨੂੰ ਜਾਣਦਾ ਹੈ। ਜਦ ਤੱਕ ਤੂੰ ਖੁਦਾ ਦੇ ਨਾਮ ਨੂੰ ਨਹੀਂ ਜਾਣਿਆ, ਤੂੰ ਕਾਜੀ ਨਹੀਂ, ਤੂੰ ਮੌਲਵੀ ਨਹੀਂ ਹੈ। ਜੇ ਬਹੁ ਤੇਰਾ ਪੜਿਆ ਹੋਵੇ, ਕੋ ਰਹੇ ਨਾ ਭਰੀਐ ਪਾਈ। ਕਹਿੰਦੇ ਕੱਲਾ ਨਿਰਾ ਪੜਨ ਦੇ ਨਾਲ ਜੇ ਕੋਈ ਕਹੇ ਵੀ ਮੈਂ ਕਾਜੀ ਬਣ ਗਿਆ, ਜਿਵੇਂ ਆਪਾਂ ਦੇਖਦੇ ਹਾਂ, ਆਪਾਂ ਬਾਣੀ ਪੜ੍ਹਨ ਦੇ ਨਾਲ ਕਹੀਏ ਮੈਂ ਗਿਆਨੀ ਬਣ ਗਿਆ, ਜਾਂ ਹਿੰਦੂ ਮਤ ਦੇ ਵਿੱਚ ਕੋਈ ਪੜ੍ਹ ਕੇ ਵੇਦਾਂ ਨੂੰ ਕਹੇ ਮੈਂ ਪੰਡਤ ਬਣ ਗਿਆ, ਜਾਂ ਇਸਲਾਮ ਦੇ ਵਿੱਚ ਕੋਈ ਪੜ੍ਹ ਕੇ ਕੁਰਾਨ ਨੂੰ ਕਹੇ ਵੀ ਮੈਂ ਕਾਜੀ ਮੌਲਵੀ ਬਣ ਗਿਆ। ਕਹਿੰਦੇ ਨਹੀਂ, ਕਿਉਂਕਿ ਇਹ ਤਾਂ ਇੱਥੇ ਦਾ ਗਿਆਨ ਹੈ, ਇੱਥੇ ਤਾਂ ਕਿਸੇ ਜੀਵ ਨੇ ਸਦਾ ਰਹਿਣਾ ਨਹੀਂ ਹੈ। ਇਸ ਕਰਕੇ ਨਾਮ ਨੇ ਨਾਲ ਜਾਣਾ ਹੈ। ਜਿਹੜਾ ਨਾਮ ਨੂੰ ਜਾਣ ਲਿਆ, ਉਹੀ ਕਾਜੀ ਹੈ, ਉਹੀ ਮੁੱਲਾ ਹੈ, ਉਹੀ ਗੁਰਮੁਖ ਹੈ, ਉਹੀ ਬ੍ਰਾਹਮਣ ਹੈ, ਜਿਹੜਾ ਪਰਮੇਸ਼ਰ ਦੇ ਨਾਮ ਨੂੰ ਜਾਣ ਲੈਂਦਾ ਹੈ। ਇਸ ਕਰਕੇ ਕਹਿੰਦੇ ਵੀ ਜੇ ਤੂੰ ਬਹੁਤ ਪੜਿਆ ਸਮਝਦਾ ਆਪਣੇ ਨੂੰ, ਇਹ ਨਹੀਂ ਤਾਂ ਤੂੰ ਵੀ ਨਹੀਂ ਰਹਿਣਾ, ਗਿਆਨ ਵੀ ਇੱਥੇ ਰਹਿ ਜਾਣਾ ਹੈ। ਸੋਈ ਕਾਜੀ ਜਿਨੇ ਆਪ ਤਜਿਆ, ਵੀ ਜਿਹਨੇ ਆਪਾ ਗਵਾ ਦਿੱਤਾ, ਆਪਾ ਛੱਡ ਦਿੱਤਾ, ਉਹ ਕਾਜੀ ਹੈ। ਇੱਕ ਨਾਮ ਕੀਆ ਆਧਾਰੋ, ਜਿਸ ਨੇ ਸਿਰਫ ਇੱਕ ਨਾਮ ਨੂੰ ਆਧਾਰ ਬਣਾ ਲਿਆ, ਉਹ ਕਾਜੀ ਹੈ। ਹੈਪੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰੋ। ਜਿਸ ਨੇ ਉਸ ਪ੍ਰਭੂ ਨੂੰ, ਉਸ ਨਾਮ ਨੂੰ ਆਧਾਰ ਬਣਾ ਲਿਆ, ਜਿਹੜਾ ਪਹਿਲਾਂ ਵੀ ਸੀ, ਅੱਜ ਵੀ ਹੈ ਤੇ ਸਦਾ ਰਹਿਣ ਵਾਲਾ ਹੈ। ਹੈਪੀ ਹੋਸੀ ਜਾਏ ਨਾ ਜਾਸੀ, ਜਿਹੜਾ ਅੱਜ ਪਹਿਲਾਂ ਵੀ ਸੀ, ਹੁਣ ਵੀ ਹੈ, ਜਿਹਨੇ ਕਿਤੇ ਜਾਣਾ ਨਹੀਂ ਹੈ, ਜੋ ਸਦਾ ਰਹਿਣ ਵਾਲਾ ਹੈ, ਉਸ ਨੂੰ ਆਧਾਰ ਬਣਾ ਲਿਆ, ਉਹ ਕਾਜੀ ਹੈ। ਪੰਜ ਵਕਤ ਨਿਵਾਜ ਗੁਜ਼ਾਰੈ, ਪੜੇ ਕਿਤੇਬ ਕੁਰਾਨਾ। ਫਿਰ ਉਹ ਪੰਜ ਵਕਤ ਨਿਵਾਜ ਗੁਜ਼ਾਰਦਾ ਹੈ, ਉਹੀ ਜਿਹੜੀ ਆਪਾਂ ਪਹਿਲਾਂ ਵਿਚਾਰੀ ਹੈ। ਨਾਨਕ ਆਖੈ ਗੋ ਰਸ ਦੇਈ, ਰਹਿਓ ਪੀਣਾ ਖਾਣਾ। ਫਿਰ ਮਹਾਰਾਜ ਸਮਝਾਉਂਦੇ ਨੇ ਕਿ ਫਿਰ ਉਹ ਪਰਮੇਸ਼ਰ ਜੀਵ ਨੂੰ ਆਪਣਾ ਰਸ ਦਿੰਦਾ ਹੈ। ਫਿਰ ਜਿਹੜਾ ਮਨ ਹੈ ਉਹ ਹੋਰ ਪਾਸੇ ਨਹੀਂ ਦੌੜਦਾ, ਹੋਰ ਭੋਜਨ ਨਹੀਂ ਕਰਦਾ, ਕਿਉਂਕਿ ਹਰੀ ਪਰਮੇਸ਼ਰ ਉਸ ਨੂੰ ਆਪਣਾ ਰਸ, ਅੱਲਾਹ ਤਾਲਾ ਉਸ ਨੂੰ ਆਪਣਾ ਰਸ ਦਿੰਦਾ ਹੈ। ਉਸ ਰਸ ਨੂੰ ਮਨ ਮਾਣਦਾ ਹੈ ਤੇ ਉਸ ਦਾ ਹੋਰ ਜਿਹੜੇ ਰਸਾਂ ਕਸਾਂ ਦੇ ਵਿੱਚ ਲੱਗਿਆ ਸੀ, ਉਸ ਦੇ ਛੁੱਟ ਜਾਂਦੇ ਨੇ। ਜਿਹੜਾ ਕੂੜ ਬੋਲ ਕੇ ਵਿਖ ਖਾਣੀ ਹੋਰ ਜੋ ਹੈ
ਉਹ ਸਾਰਾ ਛੱਡ ਦਿੰਦਾ ਹੈ, ਕਿਉਂਕਿ ਫਿਰ ਹਰੀ ਦੇ ਰਸ ਨੂੰ ਮੰਨਦਾ ਹੈ, ਅੱਲਾ ਦੇ ਰਸ ਨੂੰ, ਨਾਮ ਰਸ ਨੂੰ ਮੰਨਦਾ ਹੈ। ਇੱਦਾਂ ਇਹ ਉਪਦੇਸ਼ ਉਸ ਸਮੇਂ ਦੇ ਜਿਹੜਾ ਪਖੰਡ ਸੀ ਉਸ ਦੇ ਵਿਰੁੱਧ ਗੁਰੂ ਸਾਹਿਬ ਜੀ ਨੇ ਕੀਤਾ ਹੋਇਆ, ਜੋ ਆਪਾਂ ਵਿਚਾਰ ਰਹੇ ਹਾਂ। ਹੁਣ ਆਸਾ ਮਹੱਲਾ ਪਹਿਲਾ, ਕਿਉਂਕਿ ਅੱਜ ਆਪਾਂ ਮਹੱਲਾ ਪਹਿਲਾ ਦੀ ਹੀ ਵਿਚਾਰ ਕਰ ਰਹੇ ਹਾਂ, ਗੁਰੂ ਨਾਨਕ ਸਾਹਿਬ ਜੀ ਦੇ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜਾਂ ਉਸ ਸਮੇਂ ਦੇ ਜੋ ਗੁਰਸਿੱਖਾਂ ਦੀ ਵਿਚਾਰ ਹੋਈ ਗੁਰੂ ਨਾਨਕ ਸਾਹਿਬ ਜੀ ਦੇ ਨਾਲ, ਜਿਵੇਂ ਕਾਜ਼ੀਆਂ ਦੇ ਨਾਲ ਹੋਈ, ਆਪਾਂ ਉਹੀ ਵਿਚਾਰ ਕਰ ਰਹੇ ਹਾਂ। ਹੁਣ ਆਸਾ ਮਹੱਲਾ ਪਹਿਲਾ ਦੇ ਵਿੱਚ ਸਮਝਾ ਰਹੇ ਨੇ, ਉਹ ਪਹਿਲਾਂ ਰਹੋ ਪੰਕਤੀ ਨੂੰ ਵਿਚਾਰਦੇ ਹਾਂ। ਬਿਨ ਨਾਵੈ ਕਿਆ ਜੀਵਨਾ, ਫਿੱਟ ਤਿਰਗ ਚਤੁਰਾਈ। ਵੀ ਨਾਮ ਤੋਂ ਬਿਨਾਂ ਸੰਸਾਰ ਦੇ ਵਿੱਚ ਜਿਹੜਾ ਜੀਵਨ ਹੈ ਉਹ ਤਿਰਕਾਰ ਹੈ ਸਾਡੇ ਵਾਸਤੇ, ਜਿਹਨੂੰ ਆਪਾਂ ਫਿੱਟੇ ਮੂੰਹ ਕਹਿ ਦਿੰਦੇ ਹਾਂ, ਤਿਰਕਾਰ ਹੈ ਨਾਮ ਤੋਂ ਬਿਨਾਂ ਜਿਹੜਾ ਸਾਡਾ ਜੀਵਨ ਹੈ। ਸਤਿਗੁਰ ਸਾਧਨਾ ਸੇਵਿਆ, ਹਰ ਭਗਤ ਨਾ ਪਾਈ। ਵੀ ਸਾਧੂ ਜਨਾਂ ਦਾ ਸੰਗ ਕਰਕੇ ਉਹਨਾਂ ਤੋਂ ਸਤਿਗੁਰ ਸੱਚਾ ਗੁਰ ਲੈ ਕੇ ਸੇਵਾ ਨਾ ਕੀਤੀ, ਜਾਂ ਉਹਨਾਂ ਤੋਂ ਗਿਆਨ ਲੈ ਕੇ ਸਾਨੂੰ ਉਹ ਪਾਇਆ ਨਾ, ਸਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੋਈ, ਤੇ ਸਾਡਾ ਜਿਹੜਾ ਜੀਵਨ ਹੈ ਉਹ ਤਿਰਕਾਰ ਹੈ। ਸਤਿਗੁਰ ਸਾਧਨਾ ਸੇਵਿਆ, ਹਰ ਭਗਤ ਨਾ ਪਾਈ। ਇਹ ਸ਼ਬਦ ਦਾ ਜਿਹੜਾ ਰਹੋ ਪੰਕਤੀ ਦੇ ਵਿੱਚ ਜਿਹੜਾ ਸਾਰਾ ਅਰਥ ਹੈ। ਹੁਣ ਸਮਝਾਉਂਦੇ ਨੇ ਵੀ ਇਹ ਸੰਸਾਰ ਜਿਹੜਾ ਹੈ ਆਵਣ ਜਾਵਣ ਦੇ ਵਿੱਚ ਹੈ, ਤੇ ਆਪਾਂ ਆਵਣ ਜਾਵਣ ਤੋਂ ਕਿਵੇਂ ਬਚਣਾ ਹੈ। 84 ਲੱਖ ਜੂਨੀ ਦਾ ਜਿਹੜਾ ਗੇੜ ਹੈ ਉਸ ਦੇ ਵਿੱਚੋਂ ਆਪਾਂ ਕਿਵੇਂ ਮੁਕਤ ਹੋਣਾ ਹੈ, ਉਹ ਸਤਿਗੁਰੂ ਜੀ ਇਹ ਸ਼ਬਦ ਦੇ ਵਿੱਚ ਸਾਨੂੰ ਸਮਝਾ ਰਹੇ ਨੇ। ਆਵਣ ਜਾਣਾ ਕਿਉਂ ਰਹਾ, ਕਿਉਂ ਮੇਲਾ ਹੋਈ। ਕਦੋਂ ਆਵਣ ਜਾਵਣ ਖਤਮ ਹੋਣਾ, ਜਦੋਂ ਪ੍ਰਭੂ ਦੇ ਨਾਲ ਮਿਲਾਪ ਹੋਣਾ ਹੈ। ਕਿਉਂਕਿ ਬਾਰੀ ਕਿਸ ਨੂੰ ਮਿਲਣ ਦੇ ਲਈ ਮਿਲੀ ਹੈ, ਗੋਬਿੰਦ ਨੂੰ ਮਿਲਣ ਦੇ ਲਈ। ਗੋਬਿੰਦ, ਰਾਮ, ਅੱਲਾ, ਗੋਡ, ਇੱਕ ਪਰਮੇਸ਼ਰ ਦੇ ਬਹੁਤ ਸਾਰੇ ਨਾਮ ਨੇ। ਇਸ ਕਰਕੇ ਸਮਝਾਉਂਦੇ ਨੇ, ਕਹਿੰਦੇ ਕਿਵੇਂ ਮੇਲਾ ਹੋਵੇ, ਕਿਵੇਂ ਸਾਡਾ ਆਵਣ ਜਾਵਣ ਖਤਮ ਹੋ ਜਾਵੇ। ਇਹ ਸਵਾਲ ਹੈ। ਜਨਮ ਮਰਨ ਕਾ ਦੁੱਖ ਕਨੋ ਨਿਤ ਸਹਿਸਾ ਦੋਈ। ਬਈ ਮਨ ਦੂਜੇ ਨਾਲ ਜੁੜਿਆ ਹੈ, ਭਰਮ ਦੇ ਵਿੱਚ ਹੈ, ਸਹਿਸਿਆਂ ਦੇ ਵਿੱਚ ਹੈ, ਜਿਸ ਕਰਕੇ ਇਸ ਨੂੰ ਜਨਮ ਮਰਨ ਦਾ ਦੁੱਖ ਲੱਗਦਾ ਹੈ, ਜਿਹੜਾ ਬਹੁਤ ਵੱਡਾ ਦੁੱਖ ਹੈ। ਤੇ ਇਸ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ, ਕਿਵੇਂ ਆਵਣ ਜਾਵਣ ਤੋਂ ਰਹਿ ਸਕਦੇ, ਕਿਵੇਂ ਸਾਡਾ ਪ੍ਰਭੂ ਦੇ ਨਾਲ ਮਿਲਾਪ ਹੋਵੇ, ਇਹ ਸਵਾਲ ਹੈ। ਹੁਣ ਅੱਗੇ ਸਮਝਾਉਂਦੇ ਨੇ, ਸਵਾਲ ਦਾ ਜਵਾਬ ਦਿੰਦੇ ਨੇ। ਆਵਣ ਜਾਵਣ ਤੌਰ ਹੈ, ਪਾਈਆ ਗੁਰ ਪੂਰਾ। ਵੀ ਆਵਣ ਜਾਵਣ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ, ਤਾਂ ਅਸੀਂ ਇਸ ਤੋਂ ਰਹਿ ਸਕਦੇ ਹਾਂ ਜੇ ਸਾਨੂੰ ਪੂਰਾ ਗੁਰ ਪ੍ਰਾਪਤ ਹੋ ਜਾਵੇ। ਰਾਮ ਨਾਮ ਤਨ ਰਾਸ ਦੇ, ਬਿਨ ਸਹਿ ਭਰਮ ਪੂਰਾ। ਵੀ ਸਾਨੂੰ ਰਾਮ ਨਾਮ ਦਾ ਇਹ ਰਾਸ, ਇਹ ਧਨ ਦੇਵੇ, ਜਿਸ ਦੁਆਰਾ ਸਾਡੇ ਅੰਦਰ ਜਿਹੜਾ ਕੂੜ ਦਾ ਭਰਮ ਪਿਆ ਹੈ, ਕੂੜ ਦਾ ਪਸਾਰਾ ਹੈ, ਝੂਠ ਦਾ ਗਿਆਨ ਹੈ, ਸਾਨੂੰ ਇਹ ਖਤਮ ਹੋ ਜਾਵੇ। ਰਾਮ ਨਾਮ ਤਨ ਰਾਸ ਦੇ, ਬਿਨ ਸਹਿ ਭਰਮ ਕੂੜਾ। ਜੋ ਝੂਠ ਹੈ, ਗਿਆਨ ਹੈ, ਸਾਨੂੰ ਗਲਤ ਗਿਆਨ ਹੈ, ਭਰਮ ਦੇ ਵਿੱਚ ਹਾਂ, ਉਹ ਸਾਡੇ ਅੰਦਰੋਂ ਖਤਮ ਹੋ ਜਾਵੇ। ਕਿਉਂਕਿ ਜਦ ਤੱਕ ਭਰਮ ਨਹੀਂ ਖਤਮ ਹੁੰਦਾ, ਸਾਰਾ ਸੰਸਾਰ ਸੁੱਤਾ ਹੀ ਭਰਮ ਦੇ ਵਿੱਚ ਹੈ। ਜਦੋਂ ਭਰਮ ਖਤਮ ਹੋ ਗਿਆ ਤੇ ਫਿਰ ਜਾਗ ਪੈਣਾ ਹੈ ਮਨ ਨੇ, ਫਿਰ ਆਵਣ ਜਾਵਣ ਖਤਮ ਹੋਣਾ ਹੈ। ਸੰਤ ਜਨਾਂ ਕੋ ਮਿਲ ਰਹੇ, ਧਨ ਧਨ ਜਸ ਗਾਏ। ਕਹਿੰਦੇ ਐਸੇ ਜੀਵ ਜਿਹੜੇ ਹਰੀ ਦਾ ਜਸ ਗਾਉਂਦੇ ਨੇ, ਹਰੀ ਦਾ
ਗਿਆਨ ਦਿੰਦੇ ਨੇ। ਜਸ ਕੀ ਹੈ? ਗੁਰ ਦਾ ਗਿਆਨ। ਹਰੀ ਦਾ ਜਸ ਕੀ ਹੈ? ਇੱਕੋ ਸ਼ਬਦ ਦਾ ਗਿਆਨ ਹੈ। ਸਭ ਤੋਂ ਉੱਪਰ ਜਿਹੜਾ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਗੁਰ ਸ਼ਬਦ ਦਾ ਗਿਆਨ ਦੇਣਾ, ਇਹ ਹਰੀ ਦਾ ਅਸਲੀ ਜਸ ਹੈ। ਜਿਹੜੇ ਜੀਵ ਇਹ ਸੁਣਦੇ ਨਹੀਂ, ਉਹ ਗਾ ਵੀ ਨਹੀਂ ਸਕਦੇ। ਤੇ ਐਸੇ ਜੀਵਾਂ ਨੂੰ ਫਿਰ ਪਰ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ। ਐਸੇ ਜੀਵ ਵੀ ਮਹਾਰਾਜ ਸਮਝਾਉਂਦੇ ਨੇ, ਜਿਵੇਂ ਬਾਬਾ ਕਬੀਰ ਜੀ ਸਮਝਾਉਂਦੇ ਨੇ ਕਿ ਕੁਝ ਲੋਕ ਐਸੇ ਨੇ ਜਿਹੜੇ ਨਾ ਤਾਂ ਹਰੀ ਦੇ ਜਸ ਨੂੰ ਸੁਣਦੇ ਨੇ ਤੇ ਨਾ ਗਾ ਸਕਦੇ ਨੇ, ਕਿਉਂਕਿ ਗਾਉਣਗੇ ਤਾਂ ਜਦੋਂ ਪਹਿਲਾਂ ਸੁਣਿਆ ਹੋਏਗਾ, ਜਾਂ ਕਿਸੇ ਨੂੰ ਗਾਉਣਾ ਹੀ ਨਹੀਂ ਆਉਂਦਾ, ਜੇ ਗਾਏਗਾ ਤਾਂ ਹੀ ਸੁਣਾਂਗੇ। ਪਰ ਬਾਤਾਂ ਦੇ ਨਾਲ ਕਹਿੰਦੇ ਬਹੁਤ ਵੱਡੀਆਂ ਵੱਡੀਆਂ ਏਦਾਂ ਕਰਦੇ ਨੇ, ਅਸਮਾਨ ਲਾਉਣ ਵਾਲੀ ਗੱਲ ਕਰਦੇ ਨੇ। ਕਹਿੰਦੇ ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਸਿਓ ਅਸਮਾਨ ਗਿਰਾਵੈ। ਐਸੇ ਲੋਗਨ ਸਿਓ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਐਸੇ ਲੋਕ ਕਹਿੰਦੇ ਨਾ ਤਾਂ ਗਿਆਨ ਲਿਆ, ਨਾ ਸੁਣਿਆ ਤੇ ਨਾ ਗਾਇਆ, ਪਰ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ। ਕਹਿੰਦੇ ਐਸੇ ਲੋਕਾਂ ਨੂੰ ਪ੍ਰਭੂ ਨੇ ਆਪਣੀ ਭਗਤੀ ਤੋਂ ਬਾਝੇ ਰੱਖਿਆ ਹੈ। ਐਸੇ ਲੋਕਾਂ ਤੋਂ ਡਰਦੇ ਰਹੀਏ, ਕਿਉਂਕਿ ਹਰੀ ਦਾ ਜਸ ਕਿਹੜਾ ਹੈ? ਸੰਤਾਂ ਦੇ ਕੋਲ ਆਪਾਂ ਪੁੱਛਣਾ ਕੀ ਹੁੰਦਾ ਹੈ? ਜਾ ਕੇ ਪੁੱਛੋ ਸੰਤ ਮੇਰਾ ਠਾਕੁਰ ਕੈਸਾ, ਹਿਉ ਆਰਾਪੂ ਦਿਓ ਸੰਦੇਸ਼ਾ। ਵੀ ਅਸੀਂ ਤੁਹਾਨੂੰ ਆਪਣਾ ਮਨ ਸੌਂਪਦੇ ਹਾਂ, ਤੁਸੀਂ ਸਾਨੂੰ ਇਹ ਸੰਦੇਸ਼ਾ ਦਿਓ ਕਿ ਕਿਵੇਂ ਹਰੀ ਨੂੰ ਮਿਲਣਾ, ਉਹ ਕੈਸਾ ਹੈ, ਸਾਨੂੰ ਉਹਦੇ ਬਾਰੇ ਸਮਝਾਓ। ਕਿਉਂਕਿ ਸੰਤ ਕਦੋਂ ਬਣਦਾ ਹੈ ਮਨ? ਜਦੋਂ ਸਾਨੂੰ ਬ੍ਰਹਮ ਦਿਸਦਾ ਹੈ, ਬ੍ਰਹਮ ਦੇ ਦਰਸ਼ਨ ਹੁੰਦੇ ਨੇ। ਤੇ ਜਦੋਂ ਬ੍ਰਹਮ ਦੇ ਦਰਸ਼ਨ ਹੋ ਗਏ, ਬ੍ਰਹਮ ਅੱਲਾ ਰਾਮ ਗੌਡ ਇੱਕ ਹੈ, ਤੇ ਫਿਰ ਸਾਨੂੰ ਸਾਰੇ ਧਰਮਾਂ ਦਾ ਗਿਆਨ ਵੀ ਹੋ ਜਾਂਦਾ ਹੈ। ਇਸ ਕਰਕੇ ਆਪਾਂ ਸੁਖਮਨੀ ਸਾਹਿਬ ਚ ਪੜ੍ਹਦੇ ਹਾਂ, ਸੰਤ ਜਨਾ ਕਾ ਪੇਖਨ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ। ਸੰਤ ਜਨਾ ਸੁਣੋ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਵੀ ਉਹਨਾਂ ਦੇ ਵਚਨ ਸੁਣੋ, ਕਿਉਂਕਿ ਉਹ ਸਰਬ ਵਿਆਪੀ ਰਾਮ, ਇਹ ਨਹੀਂ ਵੀ ਇੱਥੇ ਹੈ ਉੱਥੇ ਹੈ ਨਹੀਂ, ਸਰਬ ਵਿਆਪੀ ਹਰ ਜਗ੍ਹਾ ਹੈ, ਉਹਦੇ ਚ ਮਨ ਰਤਿਆ ਰਹਿੰਦਾ ਹੈ। ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿ। ਇਹ ਰਹਿਤ ਕਿਸ ਦੀ ਹੋਏਗੀ? ਜਿਹਨੇ ਉਸ ਨੂੰ ਜਾਣ ਲਿਆ ਹੈ, ਉਹੀ ਸਾਨੂੰ ਦੱਸੇਗਾ ਜਿਹਨੇ ਆਪ ਜਾਣਿਆ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਵੀ ਐਸੇ ਸੰਤ ਜਨਾਂ ਨੂੰ ਮਿਲ ਕੇ ਰਹੀਏ ਜਿਹੜੇ ਹਰੀ ਦਾ ਜਸ ਗਾਉਂਦੇ ਨੇ। ਸੰਤ ਜਨਾਂ ਕੋ ਮਿਲ ਰਹੇ, ਤਨ ਤਨ ਜਸ ਗਾਏ, ਆਦ ਪੁਰਖ ਅਪਰੰਪਰਾ ਗੁਰਮੁਖ ਹਰ ਪਾਏ। ਵੀ ਜਿਹੜਾ ਆਦ ਪੁਰਖ ਹੈ, ਜਿਹੜਾ ਅਪਰੰਪਰਾ ਹੈ, ਜਿਹੜਾ ਸਦੀ ਵੀ ਰਹਿਣ ਵਾਲਾ ਹੈ, ਗੁਰਮੁਖ ਉਸ ਨੂੰ ਪਾ ਲੈਂਦੇ ਨੇ, ਹਰੀ ਨੂੰ ਪਾਇਆ ਹੈ। ਉਹ ਫਿਰ ਸਾਨੂੰ ਦੱਸਦੇ ਨੇ ਕਿ ਹਰੀ ਨੂੰ ਆਪਾਂ ਕਿਵੇਂ ਮਿਲਣਾ ਹੈ, ਕਿਵੇਂ ਮਿਲ ਸਕਦੇ ਹਾਂ। ਉਹ ਸਾਨੂੰ ਗੁਰ ਜੁਗਤੀ ਦੱਸਦੇ ਨੇ। ਨਟੂਏ ਸਾਂਗ ਬਣਾਇਆ, ਬਾਜੀ ਹੈ ਬਾਜੀ ਸੰਸਾਰਾ। ਇਹ ਪਰਮੇਸ਼ਰ ਨੇ ਸੰਸਾਰ ਇੱਕ ਬਾਜੀ ਹੈ, ਇੱਕ ਇਹ ਸਵਾਂਗ ਤਿਆਰ ਕੀਤਾ ਹੈ। ਪਰਮੇਸ਼ਰ ਨੂੰ ਬਾਬਾ ਕਬੀਰ ਜੀ ਨੇ ਵੀ ਬਾਜੀਗਰ ਕਿਹਾ ਹੈ। ਬਾਜੀਗਰ ਬਾਜੀ ਪਾਈ, ਸਭ ਖਲਕ ਤਮਾਸੇ ਆਈ, ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੇ ਅਕੇਲਾ। ਤੇ ਇੱਥੇ ਵੀ ਦੱਸਦੇ ਨੇ ਵੀ ਉਹ ਪ੍ਰਭੂ ਨੇ ਇੱਕ ਸਵਾਂਗ ਰਚਿਆ ਹੈ, ਇੱਕ ਬਾਜੀ ਪਾਈ ਹੈ, ਜਿਹੜਾ ਸੰਸਾਰ ਹੈ। ਖਿਨ ਪਲ ਬਾਜੀ ਦੇਖੀ ਹੈ, ਉਜਰਤ ਨਾਹੀ ਬਾਰਾ। ਪਰ ਜੇ ਅਸੀਂ ਇਸ ਬਾਜੀ ਨੂੰ ਸਮਝ ਆਈਏ, ਇੱਕ ਵਾਰੀ ਗੁਰ ਦਾ ਗਿਆਨ ਲਈਏ, ਖਿਨ ਪਲ ਵਾਸਤੇ ਇਸ ਨੂੰ ਸਮਝ ਲਈਏ, ਫਿਰ ਸਾਡਾ ਮਨ ਇਸ ਸੰਸਾਰ 'ਚ ਉਲਝਦਾ ਨਹੀਂ ਹੈ। ਉਲਝਿਆ ਕਦੋਂ ਹੈ? ਜਦ ਤੱਕ ਅਸੀਂ ਬਿਨਾਂ ਗਿਆਨ ਤੋਂ ਮਨ ਭਰਮ 'ਚ ਪੈ ਕੇ ਭਰਮਿਆ ਹੈ। ਕਿਉਂਕਿ ਭਰਮ ਕੇ ਕੀ ਐਸੀ ਐਸੀ ਬਾਜੀ ਸੀ, ਜਿਹੜੀ ਇੱਕ ਖੇਲ ਸੀ, ਜਿਸ ਨੂੰ ਗੁਰਬਾਣੀ 'ਚ ਇੱਕ ਖੇਲ ਕਿਹਾ, ਇੱਕ ਤਮਾਸ਼ਾ ਕਿਹਾ ਹੈ, ਉਸ ਨੂੰ ਅਸੀਂ ਸੱਚ ਸਮਝ ਬੈਠੇ ਹਾਂ। ਉਲਝ ਗਿਆ ਹੈ ਮਨ। ਜੇ ਸਾਨੂੰ ਗਿਆਨ ਹੋ ਜਾਵੇ ਗੁਰ ਦਾ ਤੇ ਮਨ ਨੂੰ ਸੋਝੀ ਹੋ ਜਾਵੇ, ਫਿਰ ਸਾਨੂੰ ਪਤਾ ਚੱਲ ਜਾਂਦਾ ਵੀ ਇਹ ਤਾਂ ਇੱਕ ਬਾਜੀ ਹੈ, ਇੱਕ ਨਾਟਕ ਹੈ, ਇੱਕ ਤਮਾਸ਼ਾ ਹੈ ਉਸ ਪ੍ਰਭੂ ਦਾ ਰਚਿਆ ਹੋਇਆ। ਇਹ ਕੋਈ ਸੱਚ ਨਹੀਂ ਹੈ,
ये तो झूठ है। ज्यों सुपना अर पेखना ऐसे जग को जान, इनमें किछ साचो नहीं नानक बिन भगवान। फिर सानू पता चल जाता है कि नाम परमेश्वर तो बिना इत्थे कुछ भी सच नहीं है, झूठ है। हुण है थोड़ी देर नू नाश हो सकता है। अपना शरीर भी है, ਆਪਾਂ संसार च किस करके हाँ शरीर करके, साडे शरीर का कोई भरोसा नहीं है। हुण सवास आउंदा है घड़ी नू ना आवे, इस करके सारा कुछ झूठ है। जदों आपां नूं पता चल जाता है कि हम आदमी हाँ एकदमी मोहलत मोहत ना जाना। सानू नहीं पता भी साडी मोहलत किन्नी है, चाहे असीं 100 साल भी जी सकीए, हो सकता अगले पल नूं मौत आ जावे। फिर सानू ये सोझी हो जाती है, फिर असीं उस प्रभु नूं सिमरते हाँ, उस दे नाल प्यार पाउंदे हाँ, क्योंकि उसे ने साडे नाल निभना है। पर ताई जे सानू गुर दा ज्ञान है। इस करके समझाउंदे ने भी एक खिन पल ये समझ लईए, ज्ञान लै लईए, फिर उलझदा नहीं है मन, बार बार इस दे विच उलझदा नहीं दोबारा। हौमे चौपड़ खेलना झूठे अहंकारा। जे तक असीं हौमे दे विच हाँ, ये बाजी दे विच खेल रहे हाँ, संसार दे विच हंकार दे विच, ते असीं झूठ नाल जुड़े हाँ, क्योंकि सारा कुछ जो दिसदा है झूठ है। सब जग हारै सो जिनै गुर शब्द विचारा। मेरा समझाउंदे ने भी इदां ये फसे होए जी भरम दे विच फसे होए, इस नूं सच समझ के झूठ नूं, सारा संसार ही अपने जीवन नूं बाजी नूं हार के जा रहा है। जितदा कौन है? जेड़ा गुर शब्द दी विचार सुन लैंदा है, गुर शब्द दी विचार करदा है, सुनदा है, वो जीव इस चों बचदे ने, वो जित के जांदे ने जीवन नूं, ते नहीं तो सारा संसार हार के जांदा है। जिउ अंदले हथ टोहनी हर नाम हमारे। हरि दा नाम गुर दा ज्ञान किवें है साडे? क्योंकि जिवें पहला जीव अंधा हुंदा है, सानू गुरबाणी अंधे कहती, गुर तो बिना सारा जग अंधा। मेरा समझाउंदे ने ये जग अंधा सब अंध कमावे, बिन गुर मग न पाए, सतगुर मिले तां अखीं वेखै, घरे अंदर सच पाए। भी सारा जग अंधा अंध कमा रहा है। जब तक गुर नहीं मिलता इनू रस्ता ही नहीं पता चलता। ते जे गुर मिल जावे, सच्चा गुर, पूरा गुर, फिर असीं अखां नाल घर च ही उसनू देख सकते हैं। सच नू साडे अंदर ही बसता है, 10वें द्वार दे विच, इत्थे सामने ही असीं देख सकते हैं, किते जाण दी जरूरत नहीं है। हुण समझाउंदे ने जदों आपां अंधे हाँ, अंदरे नू की है गुर, जो नाम भी कह दिता गुर भी कह दिता, वो साडे हथ च टोहनी है। जिवें अंधला सोटी नाल टो टो के रस्ते नू चलदा है, पहला कोई जीव उसनू रस्ता समझाउंदा है, वो टोहनी नाल रस्ता ढो लैंदा, निशानियां ला लैंदा, फिर उस रस्ते ते टोहनी नाल आप ही चलना शुरू कर दिंदा है। इदां ही आ रस्ता जिहड़ा है चलण दा, आ ज्ञान जिहड़ा है, ये अंदले दे हथ च की है? टोहनी। जदों इत्थे चल के जांदा है बार बार उस प्रभु दे दर ते, फिर वो सानू साडा अज्ञानता, साडा अंधेरा दूर कर दिंदा है, क्योंकि वो साडा वैद है। साडे मन दा वैद कौन है? आप। मेरा वैद गुरु गोबिंदा, हर हर नाम औखद मुख देवै, काटे जम की फंदा। वो साडे मुख ते प्रकाश प्रगट कर दिंदा है, ते साडा मुख उजल हो जाता है, जमां दा पाही कटी जाती है। पर इत्थे जाण वास्ते जदों जीव अंधला है, वो फिर इत्थों गुर दा ज्ञान लैके चलदा है इस रस्ते दे उत्ते, फिर उस प्रभु दी शरण दे विच जांदा है, फिर वो साडा अज्ञानता दा अंधेरा कट दिंदा है, ज्ञान दा सुरमा पाके मन नूं प्रकाश कर दिंदा है। इत्थे गुरबाणी दे विच वो अंधे नहीं जिन्हां दे कोल अखां नहीं। गुरबाणी उन्हां जीवां नूं अंधे कहंदी जिहड़े अखां हुंदे भी परमेश्वर नूं नहीं देखदे। उन्हां नूं नहीं कहंदी जिन्हां नूं अखां नहीं। अने कहंदे अंधे से ना आखी है जित मुख लो नाहे,
ਅੰਧੇ ਸਈ ਨਾਨਕਾ ਜੇ ਖਸਮੋ ਕੁੱਥੇ ਜਾਏ। ਜਿਹੜੇ ਪਰਮੇਸ਼ਰ ਤੋਂ ਵਿਛੜੇ ਅੱਖਾਂ ਹੁੰਦੇ ਵੀ ਨਹੀਂ ਉਸ ਨੂੰ ਦੇਖਦੇ, ਉਹ ਅੰਧੇ ਨੇ। ਰਾਮ ਨਾਮ ਹਰ ਟੇਕ ਹੈ, ਨਿਸ ਉਦੌਤ ਸਵਾਰੇ। ਮਹਾਰਾਜ ਸਮਝਾਉਂਦੇ ਨੇ ਵੀ ਜਦੋਂ ਫਿਰ ਅਸੀਂ ਰਾਮ ਨਾਮ ਦੀ ਟੇਕ ਰੱਖ ਲੈਂਦੇ ਹਾਂ, ਫਿਰ ਆਪ ਸਾਨੂੰ ਸਵਾਰਦਾ ਹੈ ਪ੍ਰਭੂ। ਜਿਵੇਂ ਸਵੇਰ ਹੁੰਦੀ ਹੈ, ਅੰਧੇਰੇ ਤੋਂ ਬਾਅਦ ਸਵੇਰ, ਰਾਤ ਤੋਂ ਬਾਅਦ ਸਵੇਰ ਹੁੰਦੀ ਹੈ, ਇੱਦਾਂ ਆਪਣਾ ਇਹ ਜੀਵਨ ਵੀ ਰਾਤ ਹੈ। ਫਿਰ ਜਦੋਂ ਮਨ ਜਾਗਦਾ ਹੈ, ਫਿਰ ਸਵੇਰ ਹੋ ਜਾਂਦੀ, ਫਿਰ ਸਾਡੇ ਮਨ ਨੂੰ ਸੋਝੀ ਆਪ ਪ੍ਰਭੂ ਸਾਨੂੰ ਸਵਾਰਦਾ ਹੈ। ਜਿਉਂ ਤੂੰ ਰੱਖੈ ਤਿਉਂ ਰਹਾ, ਹਰ ਨਾਮ ਆਧਾਰਾ। ਫਿਰ ਜਿਵੇਂ ਉਹ ਰੱਖਦਾ ਉਵੇਂ ਰਹਿਣਾ ਪੈਂਦਾ ਹੈ। ਜਿਹੜੇ ਉਸ ਨਾਮ ਦੀ ਟੇਕ ਚੱਲਦੇ ਨੇ, ਫਿਰ ਉੱਥੇ ਆਪਣੀ ਮੱਤ ਛੱਡ ਕੇ ਜਿਵੇਂ ਉਹ ਸਾਨੂੰ ਰੱਖਦਾ ਹੈ ਉਵੇਂ ਸਾਨੂੰ ਚੱਲਣਾ ਪੈਂਦਾ ਹੈ। ਅੰਤ ਸਹਾਈ ਪਾਇਆ ਜਨਮ ਮੁਕਤ ਦੁਆਰਾ। ਜਿਹੜੇ ਉਹਦੇ ਭਾਣੇ ਚੱਲਦੇ ਨੇ, ਮੇਰਾ ਸਮਝਾਉਂਦੇ ਨੇ, ਫਿਰ ਅੰਤ ਸਮੇਂ ਉਹਨਾਂ ਨੂੰ ਪਰਮੇਸ਼ਰ ਸਹਾਇਤਾ ਕਰਦਾ ਹੈ। ਅੰਤ ਸਮੇਂ ਆਪ ਛੁਡਾਉਂਦਾ ਹੈ, ਆਪ ਸਾਡੀ ਸਹਾਇਤਾ ਕਰਦਾ ਤੇ ਸਾਨੂੰ ਮੁਕਤੀ ਦਿੰਦਾ ਹੈ। ਮੁਕਤ ਦੁਆਰਾ ਪ੍ਰਾਪਤ ਹੁੰਦਾ ਹੈ। ਪਰ ਕਿਹਨਾਂ ਨੂੰ? ਜਿਹੜੇ ਸਿਰਫ ਉਹਨੂੰ ਨਾਮ ਆਧਾਰ ਬਣਾ ਕੇ ਚੱਲਦੇ ਨੇ ਤੇ ਉਸੇ ਜਿਵੇਂ ਉਹ ਚਲਾਉਂਦਾ ਉਵੇਂ ਚੱਲਦੇ, ਉਹਦੇ ਭਾਣੇ ਦੇ ਵਿੱਚ ਰਹਿੰਦੇ ਨੇ। ਜਨਮ ਮਰਨ ਦੁੱਖ ਮੇਟਿਆ, ਜਪ ਨਾਮ ਮੁਰਾਰੇ। ਕਹਿੰਦੇ ਏਦਾਂ ਫਿਰ ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ। ਸਵਾਲ ਪਹਿਲਾਂ ਸੀ ਕਿ ਆਵਣ ਜਾਵਣ ਕਿਵੇਂ ਰਹੇ, ਕਿਵੇਂ ਲਾਓ? ਉਸ ਦਾ ਸਾਰਾ ਜਵਾਬ ਹੈ ਇਸ ਦੇ ਵਿੱਚ ਵੀ ਏਦਾਂ ਫਿਰ ਜਿਹੜਾ ਜਨਮ ਮਰਨ ਦਾ ਦੁੱਖ ਸੀ ਉਹ ਖਤਮ ਹੋ ਜਾਂਦਾ ਹੈ। ਜਨਮ ਮਰਨ ਕਾ ਦੁੱਖ ਕਣੋ। ਨਾਨਕ ਨਾਮ ਨਾ ਬਿਸਰੈ, ਪੂਰਾ ਗੁਰ ਤਾਰੈ। ਵੀ ਪੂਰਾ ਗੁਰ ਮਨ ਚ ਵਸਾ ਲਿਆ, ਉਹ ਵਿਸਰਦਾ ਨਹੀਂ, ਉਹ ਸਾਨੂੰ ਤਾਰ ਦਿੰਦਾ ਹੈ, ਸਾਡਾ ਜਨਮ ਮਰਨ ਖਤਮ ਕਰ ਦਿੰਦਾ ਹੈ। ਅੰਤ ਸਮੇਂ ਸਾਨੂੰ ਆਪ ਸਹਾਇਤਾ ਕਰਦਾ ਹੈ, ਆਪ ਮੁਕਤੀ ਦਿੰਦਾ ਹੈ ਪ੍ਰਭੂ। ਕਿਉਂਕਿ ਬਹੁਤ ਦਿਆਲੂ ਹੈ, ਬਹੁਤ ਕਿਰਪਾਲੂ ਹੈ। ਪਰ ਨਵੇੜਾ ਸਾਡਾ ਕਿੱਥੇ ਜਾ ਕੇ ਹੋਣਾ? ਅੰਤ ਸਮੇਂ ਤੇ। ਦੋ ਤਰ੍ਹਾਂ ਦੇ ਜੀਵ ਨੇ, ਜਿਹੜੇ ਸੰਤ ਨੇ, ਜਿਨ੍ਹਾਂ ਨੂੰ ਆਪਾਂ ਸਨਮੁਖ ਕਹਿੰਦੇ ਹਾਂ। ਉਹਨਾਂ ਦਾ ਨਵੇੜਾ ਅੰਤ ਸਮੇਂ ਤੇ ਜਾ ਕੇ ਹੁੰਦਾ ਹੈ। ਜੋ ਸਾਧੂ ਅਵਸਥਾ ਹੈ, ਗੁਰਮੁਖ ਅਵਸਥਾ ਹੈ, ਉਹ ਜੀਵਨ ਮੁਕਤ ਹੁੰਦੇ ਨੇ। ਇਹ ਜੋ ਸੰਤ ਅਵਸਥਾ ਹੈ, ਉੱਥੇ ਜਾ ਕੇ ਆਪਾਂ ਅੰਤ ਸਮੇਂ ਮੁਕਤ ਹੋਣਾ ਹੈ। ਤੇ ਜਿਹੜੇ ਸਾਧੂ ਗੁਰਮੁਖ ਹੁੰਦੇ ਨੇ, ਉਹ ਜੀਵਨ ਮੁਕਤ ਹੁੰਦੇ ਨੇ। ਇਸ ਕਰਕੇ ਇਹ ਸਾਰਾ ਗਿਆਨ ਜਿਹੜਾ ਹੈ ਸਾਨੂੰ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਕਿਵੇਂ ਆਪਾਂ ਉਸ ਪ੍ਰਭੂ ਨੂੰ ਮਿਲ ਕੇ ਕਿਵੇਂ ਆਪਾਂ ਮੁਕਤੀ ਪ੍ਰਾਪਤ ਕਰਨੀ ਹੈ। ਕਿਉਂਕਿ ਆਪਾਂ ਕਿਸੇ ਵੀ ਗ੍ਰੰਥ ਨੂੰ ਪੜ੍ਹੀਏ, ਕਿਸੇ ਵੀ ਧਰਮ ਗ੍ਰੰਥ ਨੂੰ ਪੜ੍ਹੀਏ, ਤੇ ਉਹ ਸਾਨੂੰ ਇਹ ਗਿਆਨ ਦੇ ਰਿਹਾ ਹੈ ਕਿ ਅੰਤ ਸਮੇਂ ਸਾਡੇ ਨਾਲ ਜੇ ਅਸੀਂ ਅੱਲਾਹ ਤਾਲਾ ਦਾ ਪਿਆਰ ਕਰਾਂਗੇ, ਜੇ ਅਸੀਂ ਉਸ ਦੇ ਗੁਣ ਗਾਉਂਗੇ, ਉਸ ਦੀ ਸਿਫਤ ਸਲਾਹ ਕਰੂੰਗੇ, ਪਰ ਕਦੋਂ? ਦੇਖ ਕੇ। ਕਿਉਂਕਿ ਬਿਨਾਂ ਦੇਖੇ ਆਪਾਂ ਜਿੰਨਾ ਮਰਜ਼ੀ ਗਾ ਲਈਏ, ਸਾਡਾ ਥਾਂ ਨਹੀਂ ਕਰਨਾ। ਜਦੋਂ ਅਸੀਂ ਦੇਖ ਲਿਆ, ਦਰਸ਼ਨ ਹੋ ਗਏ, ਪਿਆਰ ਪਾ ਲਿਆ, ਫਿਰ ਆਪਾਂ ਨੂੰ ਮੁਕਤੀ ਮਿਲਣੀ ਹੈ, ਮੋਕਸ਼ ਮਿਲਣੀ ਹੈ, ਜਿਸ ਨੂੰ ਜੰਨਤ ਕਹਿ ਦਿੰਦੇ ਨੇ। ਜੇ ਆਪਾਂ ਇਸ ਕਾਰਜ ਨੂੰ ਪੂਰਾ ਨਹੀਂ ਕਰਦੇ, ਫਿਰ ਸਾਡੇ ਵਾਸਤੇ ਨਰਕ ਤਿਆਰ ਨੇ, ਜੂਨਾ। ਨਰਕ ਕੋਈ ਇਹ ਨਹੀਂ ਵੀ ਕਿਤੇ ਨਰਕ ਨੇ ਜਿਹੜੀ 84 ਲੱਖ ਅਗਲੀਆਂ ਜੂਨਾਂ ਨੇ। ਜਦੋਂ ਮਨ ਨੂੰ ਇਹਨਾਂ ਦੇ ਵਿੱਚ ਪਾ ਦਿੱਤਾ, ਸਭ ਤੋਂ ਪਹਿਲਾਂ ਕਿੱਥੇ ਸਿੱਟਦਾ ਹੈ? ਸਾਡੇ ਕੀਟਾਂ ਦੇ ਅੰਦਰ ਕੀਟ ਪੈਦਾ ਕਰਦਾ ਹੈ। ਆਪਣੇ ਸਰੀਰ ਦੇ ਵਿੱਚ ਹੀ ਲੱਖਾਂ ਜੀਵ ਨੇ। ਸਾਡੇ ਸਰੀਰ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜੀਵ ਨੇ, ਜਿਨ੍ਹਾਂ ਚੋਂ ਕੁਛ ਸਾਡੇ ਪਿਸ਼ਾਬ ਦੇ ਵਿੱਚ ਨੇ, ਕੁਛ ਟੋਇਲਟ ਦੇ ਵਿੱਚ ਨੇ, ਜਿੱਥੇ ਆਪਾਂ ਭੋਜਨ ਖਾਂਦੇ ਹਾਂ। ਏਦਾਂ ਹੀ ਵੱਖ-ਵੱਖ ਥਾਵਾਂ ਤੇ ਇਹਨਾਂ ਨੂੰ ਵਿਸ਼ਟਾ ਦੇ ਕੀੜੇ ਕਹਿ ਦਿੱਤਾ ਹੈ। ਇਸ ਤਰੀਕਾ ਬਹੁਤ ਵੱਡਾ ਖੇਡ ਹੈ। 84 ਲੱਖ ਕਹਿ ਦੇਣੀ ਸੌਖੀ ਹੈ। ਜਦੋਂ 84 ਲੱਖ ਨੂੰ ਆਪਾਂ ਗਿਣਾਂਗੇ,
फिर पता चलता है भी किथे किथे तक जीव ये जूनी तैयार करके किस वास्ते कीती कि सजा दिंदा है। अगन है अंदर, अगन है अपने 37 डिग्री टैंपरेचर रहिंदा अपने शरीर दे विच। नॉर्मल जिहड़ा टैंपरेचर अपना 36-37 डिग्री रहिंदा है ते बाहर 36-37 हुंदा। आपां किन्नी गर्मी महसूस करते हाँ ते उत्थे हर समय उन्ने टैंपरेचर दे विच जीव रहिंदे ने। इस करके बड़ा दुख है। इस करके मेरा समझाउंदे ने कि आपां आ जन्म जिहड़ा मिलिया है ये आपां नूं मुक्ति दे वास्ते मिलिया है, 4 जुगां दा नवेड़ा करन दे वास्ते आपां नूं कलयुग दे विच ये मौका मिलिया है, जिस दे विच जिन्हों सब ते उत्तम युग दस्या गुरबाणी दे विच। सतयुग त्रेता द्वापर बणिया, कलयुग उत्तम युग माहे। भी सारे युगां दे विचों कलयुग उत्तम है। एह कर करे सो एह कर पाए, घड़ी मौत ना लगे। भी एक घड़ी भी नहीं लगती जो असी गुर लैके मन च वसा लिया। गल है विश्वास की, ते असी एक दृष्ट हो गए, आपा खत्म हो गया, आकार निराकार च समा गया, ते असी मुक्त हो जाते हाँ। हमारा समझाउंदे ने कि अकल कला दे नाल साडा ध्यान जदों सच च टिक जाता है, फिर की हुंदा, अपना जिहड़ा आकार नजर आउंदा है इत्थे ये निराकार रूप हो जाता है, जिसनों हट जाता है। ते फिर जाके की हुंदा, फिर असी दोबारा गर्भ जून विच नहीं आउंदे। सरवारा समझाउंदे ने निराकार में आकार समावै, अकल कला सच साच टिकावै, सो नर गर्भ जोन नहीं आवे। सो इस करके ये अपना जो गुरु साहब आपां नूं करन दे वास्ते कहते ने भी कित्थे दा खेल चलदा है। यह साडे नेत्रां दा, 2 नेत्र ने, एक सूरज है एक चंद्रमा है। ये दोने जोत स्वरूप ने, इन्हां दे विच ही परमेश्वर दा पसारा है। चंद सूरज 2 जोत स्वरूप, ज्योति अंदर ब्रह्म अनूप, कर रहे ज्ञानी ब्रह्म विचार, ज्योति अंदर तरिया प्रसाद। हुण दोनां नूं एक कर लेना है। किवें होणगे, जिथों पौण आ रही है। 2 सुरां ने, एक नूं ईड़ा कह दिता, एक नूं पिंगला कह दिता है, ते जिहड़ी सुखमना है वह हाले गुप्त है साडी, लेकिन वह भी कित्थे वसदी, इत्थे वसदी है, जो इस पासे प्रगट हो जाती है। हाले प्रगट नहीं, गुप्त है, फिर प्रगट हो जाती है। वो प्रगट कदों हुंदी, जदों आ मालिक कृपा करता है। लेकिन सानूं दसदा भी इकट्ठियां वसदियां ने 3, पर जिथों पौण आ रही, पौण दा खेर कित्थों चलदा है, इत्थों अंदर चले जाता है, इत्थों ही वापस बाहर आउंदी है। ते सानूं दस दिता कि इत्थे आपां जदों दोनां नेत्रां नूं सम करके रखांगे ते साडी जोत जिहड़ी है ब्रह्म जोत च मिल जाएगी। ईड़ा पिंगला और सुखमना पौने बंद रहाओगो, चंद सूरज 2 सम कर रखो, ब्रह्म जोत मिल जाओगो। भी ब्रह्म जोत दे विच मिल जाएगी। ते गुरु नानक साहब महाराज समझाउंदे ने भी जद सुखमना कदों पुछांगे, कहंदे सुखमना ईड़ा पिंगला बुझै जां आपै अलख लखाए। आप परमेश्वर अपना ज्ञान देंदा अपने जना द्वारा, फिर सानू ईड़ा पिंगला ते सुखमना दा ज्ञान हुंदा है। फिर सानू पता चलता है, फिर दसदे ने भी उहदे उपर फिर सच है। नानक ते उपर साचा, सतगुर शब्द समाए। इत्थों फिर उपर मालिक है। जदों असी गुर दा शब्द लैके कमाउंदे हाँ, फिर इत्थे साडा मन जोत प्रभु च समाउंदी है। ते किवें समाउंदी है, इहनूं महाराज समझाउंदे ने, कहंदे शब्द भाखत सस जोत अपारा। जदों गुरमुख ये ज्ञान देणगे, वो शब्द भाखणगे मुख तो, असीं सुण के करांगे उसनूं, ते की होएगा कि साडी सस दी जोत अपार हो जाएगी। सूरज सस चंद्रमा दे विच समा जाएगा। शब्द भाखत सस जोत अपारा, सस कर सूर वसै
ਮਿਟੇ ਅੰਧਿਆਰਾ। ਵੀ ਸੂਰਜ ਚੰਦਰਮਾ ਦੇ ਘਰ 'ਚ ਵਸ ਜਾਏਗਾ ਤੇ ਅਗਿਆਨਤਾ ਖਤਮ ਹੋ ਜਾਏਗੀ। ਦੁੱਖ ਸੁਖ ਸਮ ਕਰ ਨਾਮ ਆਧਾਰਾ, ਨਾਨਕ ਪਾਰ ਉਤਾਰਨ ਹਾਰਾ। ਫਿਰ ਆਪਾਂ ਦੁੱਖ ਸੁੱਖ ਨੂੰ ਸਮ ਕਰਕੇ ਚੱਲਾਂਗੇ, ਨਾਮ ਨੂੰ ਆਧਾਰ ਬਣਾ ਕੇ ਰੱਖਾਂਗੇ ਤੇ ਸਾਨੂੰ ਆਪ ਮਾਲਕ ਧਰ ਲੈਂਦਾ ਹੈ। ਕਿਉਂਕਿ ਇਸ ਮਾਰਗ ਦੇ ਉੱਤੇ ਇਹ ਬਹੁਤ ਧਿਆਨ ਰੱਖਣਾ ਹੁੰਦਾ ਆਪਾਂ ਨੇ। ਦੁੱਖ ਸੁੱਖ ਸਾਡੇ ਪਿਛਲੇ ਜਨਮਾਂ ਦਾ, ਪਿਛਲੇ ਕਰਮਾਂ ਦੇ ਨਾਲ ਆਪਾਂ ਨੂੰ ਆਉਂਦਾ ਹੈ, ਜਿਹੜੇ ਆਪਾਂ ਨੂੰ ਭੋਗਣੇ ਹੀ ਪੈਂਦੇ ਨੇ। ਚਾਹੇ ਕੋਈ ਗਿਆਨੀ ਧਿਆਨੀ ਕੁਛ ਵੀ ਹੈ, ਉਸਨੇ ਪਿਛਲੇ ਕਰਮਾਂ ਦਾ ਇੱਥੇ ਭੋਗਣਾ ਪੈਂਦਾ ਹੈ। ਸਾਰੇ ਸੰਸਾਰ ਨੂੰ ਦੁੱਖ ਸੁੱਖ ਆ ਰਹੇ ਨੇ, ਪਰ ਜਦੋਂ ਕੋਈ ਜੀਵ ਇਸ ਮਾਰਗ ਤੇ ਚੱਲਦਾ ਹੈ, ਜਦੋਂ ਉਸ ਨੂੰ ਦੁੱਖ ਆਉਂਦਾ ਹੈ ਤੇ ਉਸ ਨੂੰ ਰੋਸ ਆਉਂਦਾ ਹੈ ਵੀ ਮੈਂ ਤਾਂ ਤੇਰਾ ਨਾਮ ਤੇ ਆਉਂਦਾ ਹਾਂ, ਮੈਂ ਤਾਂ ਇਹ ਕਰਦਾ ਹਾਂ, ਮੈਨੂੰ ਵੀ ਦੁੱਖ ਆਉਂਦਾ ਹੈ, ਫਿਰ ਮੈਨੂੰ ਨਾਮ ਤੇ ਆਉਣ ਦਾ ਕੀ ਫਾਇਦਾ? ਕਿਉਂਕਿ ਦੁੱਖ ਸੁੱਖ ਤਾਂ ਸਾਡੇ ਪਿਛਲੇ ਕਰਮਾਂ ਦੇ ਪ੍ਰਭੂ ਦਿੰਦਾ ਹੈ, ਉਸ ਨੂੰ ਕੋਈ ਰੋਕ ਨਹੀਂ ਸਕਦਾ। ਆਪਾਂ ਦੁੱਖ ਆਵੇ ਸੁੱਖ ਆਵੇ, ਆਪਾਂ ਉਸੇ ਨੂੰ ਚਿਤਾਰਨਾ ਹੈ। ਦੁੱਖ ਸੁਖ ਪ੍ਰਭ ਦੇਵਨ ਹਾਰ, ਆਵਰ ਤਿਆਗ ਤੂੰ ਤਿਸੈ ਚਿਤਾਰ, ਜੋ ਕਿਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰੇ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਕਰ ਜਾਹੇ। ਵੀ ਤੈਂ ਦੁੱਖ ਆਵੇ ਸੁੱਖ ਆਵੇ ਕੁਛ ਵੀ, ਤੈਂ ਰਾਮ ਨਾਮ ਨੂੰ ਹਿਰਦੇ 'ਚ ਜਪਦੇ ਰਹਿਣਾ, ਧਿਆਉਂਦੇ ਰਹਿਣਾ ਹੈ। ਤੂੰ ਇੱਜ਼ਤ ਦੇ ਨਾਲ ਆਪਣੇ ਘਰ ਚਲੇ ਜਾਏਗਾ। ਕਿਉਂਕਿ ਦੁੱਖ ਕਿਸ ਨੂੰ ਆਇਆ? ਸਰੀਰ ਨੂੰ। ਮਨ ਦੇ ਦੁੱਖ ਕੱਟੇ ਗਏ। ਜਿਹੜੇ ਮਨ ਨੂੰ ਅਸਾਧ ਰੋਗ ਲੱਗਿਆ ਸੀ, ਹਉਮੈ ਦਾ, ਜਨਮ ਮਰਨ ਦਾ, ਮਨ ਦਾ ਰੋਗ ਕੱਟਿਆ ਗਿਆ। ਰੋਗ ਕਿਸ ਨੂੰ ਆਇਆ? ਤਨ ਨੂੰ। ਇਸ ਕਰਕੇ ਤਨ ਨੂੰ ਜਿਹੜਾ ਰੋਗ ਲੱਗਦਾ ਹੈ, ਉਹੀ ਮਨ ਵਾਸਤੇ ਦਾਰੂ ਵੀ ਹੈ। ਦੁੱਖ ਦਾਰੂ ਸੁਖ ਰੋਗ ਪਿਆ। ਇਸ ਕਰਕੇ ਇੱਥੇ ਸਾਵਧਾਨ ਰਹਿਣਾ ਹੈ ਬਹੁਤ। ਕਿਉਂਕਿ ਦੁੱਖ ਆਉਂਦਾ ਸੁੱਖ ਆਉਂਦਾ, ਆਪਾਂ ਘਬਰਾਉਣਾ ਨਹੀਂ, ਡੋਲਣਾ ਨਹੀਂ। ਆਪਾਂ ਨੂੰ ਇਹ ਪਤਾ ਹੈ ਕਿ ਉਹ ਹੀ ਦਿੰਦਾ ਹੈ। ਦੁੱਖ ਵੀ ਉਸੇ ਨੇ ਦਿੱਤਾ, ਸੁੱਖ ਵੀ ਉਸੇ ਨੇ ਦਿੱਤਾ। ਜੇ ਸੁੱਖ ਦੇਤਾ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਤਾ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਏਦਾਂ ਫਿਰ ਜਦੋਂ ਆਪਾਂ ਚੱਲਦੇ ਹਾਂ, ਫਿਰ ਸਾਨੂੰ ਪਾਰ ਉਤਾਰਦਾ ਹੈ ਮਾਲਕ, ਤਾਰ ਲੈਂਦਾ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਅਸੀਂ ਜਦੋਂ ਗੁਰ ਦੇ ਬਚਨ ਨੂੰ ਕਮਾਉਂਦੇ ਹਾਂ ਤੇ ਅਸੀਂ ਦੋਨਾਂ ਨੇਤਰਾਂ ਨੂੰ ਸਮ ਕਰਕੇ ਰੱਖਦੇ ਹਾਂ, ਫਿਰ ਮਾਲਕ ਪ੍ਰਗਟ ਹੋ ਜਾਂਦਾ, ਖੁਸ਼ ਹੁੰਦਾ, ਫਿਰ ਸਾਨੂੰ ਮਿਲਾ ਲੈਂਦਾ ਹੈ। ਆਓ ਹੁਣ ਆਪਾਂ ਕਰੀਏ। ਜੇ ਕੋਈ ਨਵਾਂ ਜੀਵ ਹੈ ਜਾਂ ਲਾਈਵ ਵੀ ਚੱਲ ਰਿਹਾ ਹੈ, ਹੋ ਸਕਦਾ ਵੀ ਕੋਈ ਲਾਈਵ ਕੋਈ ਨਵਾਂ ਜੀਵ ਸੁਣ ਰਿਹਾ ਹੋਵੇ, ਤਾਂ ਆਪਾਂ ਸਮਝੀਏ ਕਿ ਆਪਾਂ ਕਰਨਾ ਕੀ ਹੈ। ਗੁਰੂ ਸਾਹਿਬ ਜੀ ਕਰਨ ਨੂੰ ਕੀ ਕਹਿ ਰਹੇ ਨੇ? ਆਪਣੇ ਦੋ ਨੇਤਰ ਨੇ, ਦੋ ਨੇਤਰਾਂ ਦੇ ਵਿੱਚ ਜੋ ਜੋਤਾਂ ਹੋ ਚੁੱਕੀਆਂ ਨੇ, ਤੇ ਆਪਾਂ ਪਹਿਲਾਂ ਆਪਣੇ ਮਨ ਦਾ ਹੀ ਗਿਆਨ ਲੈਣਾ ਹੈ। ਆਪਾਂ ਕੀ ਆਪਣੇ ਆਪ ਨੂੰ ਪਰਖਣਾ ਹੈ, ਮਨ ਨੂੰ, ਕਿ ਸਾਡਾ ਮਨ ਜਿਹੜਾ ਹੈ ਦੋ ਜੋਤਾਂ ਦੇ ਵਿੱਚ ਹੈ ਜਾਂ ਇੱਕ ਜੋਤ ਹੈ। ਸਾਡੀ ਦ੍ਰਿਸ਼ਟੀ ਇੱਕ ਦ੍ਰਿਸ਼ਟ ਅਸੀਂ ਕਿ ਦੋ ਦ੍ਰਿਸ਼ਟੀ ਦੇ ਵਿੱਚ ਹਾਂ। ਕਿਵੇਂ ਪਰਖਣਾ ਹੈ ਇਸ ਨੂੰ? ਦੋਨਾਂ ਨੇਤਰਾਂ ਨੂੰ ਆਪਾਂ ਇਸ ਪੁਆਇੰਟ ਤੇ ਦੇਖਣਾ ਹੈ, ਤੇ ਦੇਖ ਕੇ ਆਪਾਂ ਇਹ ਦੇਖਣਾ ਹੈ ਕਿ ਨੱਕ ਦਿਸਦਾ ਜਾਂ ਨਹੀਂ ਦਿਸਦਾ। ਜੇ ਆਪਾਂ ਇੱਥੇ ਦੋਨੋਂ ਨੇਤਰ ਸਮ ਕਰਨ ਦੇ ਨਾਲ ਨੱਕ ਸਾਨੂੰ ਨਹੀਂ ਦਿਸਦਾ, ਅਸੀਂ ਇੱਕ ਦ੍ਰਿਸ਼ਟ ਹਾਂ। ਜੇ ਦਿਸਦਾ ਹੈ ਤੇ ਅਸੀਂ ਦੋ ਦ੍ਰਿਸ਼ਟ ਹਾਂ, ਦੁਚਿੱਤੀ ਦੇ ਵਿੱਚ ਹਾਂ, ਦੁਬਿਧਾ ਦੇ ਵਿੱਚ ਹਾਂ। ਤੇ ਫਿਰ ਆਪਾਂ ਇਹ ਦੇਖਣਾ ਹੈ ਵੀ ਅਸੀਂ ਦੁਚਿੱਤੀ 'ਚ ਹਾਂ, ਦੋ ਦ੍ਰਿਸ਼ਟ ਹਾਂ, ਲੇਕਿਨ ਸਾਡਾ ਧਿਆਨ ਕਿਸ ਪਾਸੇ ਜ਼ਿਆਦਾ ਹੈ? ਇਸ ਪਾਸੇ। ਜੇ ਨੱਕ ਇਸ ਪਾਸਿਓਂ ਦਿਸੇਗਾ ਤੇ ਫਿਰ ਸਾਡਾ ਧਿਆਨ ਸੱਜੇ ਪਾਸੇ ਹੈ, ਤਮੋ ਗੁਣ ਤੇ ਹੈ। ਜੇ ਸਾਨੂੰ ਇਸ ਪਾਸਿਓਂ ਦਿਸਦਾ ਹੈ, ਇੱਕ ਪਾਸੇ ਕੇਵਲ ਖੱਬੇ ਪਾਸਿਓਂ, ਫਿਰ ਸਾਡਾ ਧਿਆਨ ਰਜੋ ਗੁਣ ਤੇ ਹੈ। ਤੇ ਜੋ ਦੁਵੱਲਿਓਂ ਦਿਸਦਾ ਹੈ ਤੇ ਫਿਰ ਆਪਾਂ ਸਤੋ ਗੁਣ ਤੇ ਹਾਂ। ਜੇ ਨਹੀਂ ਦਿਸਦਾ ਫਿਰ ਇੱਕ ਦ੍ਰਿਸ਼ਟ ਹਾਂ। ਇੰਨਾ ਕੁ ਆਪਾਂ ਪਰਖਣਾ ਹੈ ਆਪਣੇ ਆਪ ਨੂੰ।
ਉਸ ਤੋਂ ਬਾਅਦ ਫਿਰ ਗੁਰ ਹੈ, ਜੁਗਤ ਹੈ ਇੱਕ ਪ੍ਰਵੇਸ਼ ਕਰਨ ਦੀ, ਗੁਰ ਕੂੰਜੀ ਹੈ ਪ੍ਰਵੇਸ਼ ਕਰਨ ਵਾਸਤੇ। ਫਿਰ ਅੱਗੇ ਉੱਤੇ ਚੜ੍ਹਨ ਦੇ ਵਾਸਤੇ ਗੁਰ ਹੀ ਪੌੜੀ ਹੈ। ਬਿਨ ਗੁਰ ਪੌੜੀ ਮੰਦਰ ਕਿਉ ਚੜ੍ਹੈ ਰਾਮ। ਬਿਨ ਪੌੜੀ ਮੰਦਰ ਕਿਉਂ ਚੜ੍ਹੈ ਰਾਮ। ਬਿਨ ਪੌੜੀ ਤੋਂ ਪੌੜੀ ਕੀ ਹੈ? ਗੁਰ। ਇਸ ਕਰਕੇ ਮੈਂ ਕਹਿੰਦੇ ਗੁਰ ਹੀ ਕੂੰਜੀ ਹੈ, ਗੁਰ ਹੀ ਪੌੜੀ ਹੈ, ਗੁਰ ਹੀ ਮੇੜੀ ਹੈ। ਇੱਥੇ ਤੱਕ ਜਾਣ ਵਾਸਤੇ ਵੀ ਗੁਰ ਹੈ, ਜਿਹੜਾ ਸਾਨੂੰ ਬੇੜੀਦਾਰ ਕੰਮ ਕਰਦਾ ਹੈ। ਜਿਵੇਂ ਆਪਾਂ ਧਿਆਨ ਨੂੰ ਕਰਕੇ ਅਸੀਂ ਪਹਿਲਾਂ ਕਿੱਥੇ ਲੈ ਕੇ ਆਏ? ਇਸ ਪੁਆਇੰਟ ਤੇ। ਇੱਥੇ ਤੱਕ ਵੀ ਆਪਾਂ ਗਿਆਨ ਹੀ ਲੈ ਕੇ ਇੱਥੇ ਧਿਆਨ ਲਗਾਇਆ ਹੈ। ਇਸ ਨੂੰ ਇੱਥੇ ਤੱਕ ਇਹ ਬੇੜੀ ਹੈ। ਇੱਥੋਂ ਫਿਰ ਇਹ ਦਰ ਖੁੱਲਣਾ ਹੈ, ਗੁਰ ਕੁੰਜੀ ਹੈ, ਅੱਗੇ ਗੁਰ ਪੌੜੀ ਹੈ। ਗੁਰ ਪੌੜੀ ਬੇੜੀ ਗੁਰ। ਗੁਰ ਤੋਂ ਲਹਾ ਹਰ ਨਾਉ, ਗੁਰ ਸਰ ਸਾਗਰ ਬੋਏ ਤਾ ਗੁਰ ਤੀਰਥ ਦਰਿਆਓ। ਜੇ ਤਿਸ ਭਾਵੈ ਉਜਲੀ ਸਤਸਰ ਨਾਵਣ ਜਾਓ। ਹੁਣ ਆਪਾਂ ਫਿਰ ਇੱਥੋਂ ਆਵਾਜ਼ ਦੇਵਾਂਗੇ ਕਿ ਧਿਆਨ ਨੂੰ ਸਾਹਮਣੇ ਲੈ ਕੇ ਆਓ। ਇੱਥੋਂ ਫਿਰ ਆਪਾਂ ਜਦੋਂ ਕਹਾਂਗੇ ਧਿਆਨ ਸਾਹਮਣੇ ਲੈ ਕੇ ਆਓ, ਆਪਾਂ ਧਿਆਨ ਸਾਹਮਣੇ ਲੈ ਜਾਣਾ, ਸਾਹਮਣੇ ਦੇਖਣਾ ਹੈ। ਫਿਰ ਆਵਾਜ਼ ਦੇਵਾਂਗੇ ਕਿ ਧਿਆਨ ਨੂੰ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਤੇ ਚੁੱਕ ਦੇਣੀਆਂ। ਇੱਧਰ ਨੂੰ ਨਹੀਂ ਜਾਣਾ, ਆਪਾਂ ਇਸ ਪਾਸੇ ਮਸਤਕ ਦੇ ਸਾਹਮਣੇ ਅੱਗੇ ਦੇਖਣਾ ਹੈ। ਜਿਵੇਂ ਇੱਥੋਂ ਆਪਾਂ ਇੱਧਰ ਨੂੰ ਜਾਣਦੇ ਹਾਂ, ਇਸ ਪਾਸੇ ਇੱਦਾਂ ਆਪਾਂ ਇੱਧਰ। ਫਿਰ ਜਦੋਂ ਕਵਾਂਗੇ ਸਾਹਮਣੇ, ਫਿਰ ਵਾਪਸ ਸਾਹਮਣੇ। ਫਿਰ ਜਦੋਂ ਕਵਾਂਗੇ ਸਮ ਕਰੀਏ, ਦੇਖੀਏ, ਫਿਰ ਇੱਥੇ ਸਮ ਕਰਕੇ ਦੇਖਣਾ ਹੈ। ਜੇ ਕੋਈ ਨਵਾਂ ਜੀਵ ਹੈ ਜਿਸ ਨੂੰ ਨੱਕ ਦਿਸਦਾ ਹੈ, ਫਿਰ ਉਸਨੇ ਦੁਬਾਰਾ ਆ ਕੇ ਦੇਖਣਾ ਹੈ। ਜੇ ਉਸ ਨੂੰ ਦਿਸ ਨੂੰ ਹਟ ਗਿਆ ਤੇ ਉਹ ਇੱਕ ਦ੍ਰਿਸ਼ਟ ਹੋ ਗਿਆ। ਜੇ ਫਿਰ ਵੀ ਦਿਸਦਾ ਹੈ, ਫਿਰ ਇੱਕ ਦ੍ਰਿਸ਼ਟ ਨਹੀਂ ਹੋਇਆ। ਕਿ ਕਰਨਾ ਕਿਸ ਨੇ ਹੈ? ਸਾਹਮਣੇ ਮਾਲਕ ਸਾਰਿਆਂ ਦੇ ਸਾਹਮਣੇ ਹੈ। ਆਓ ਨੇਤਰ ਸਮ ਕਰੀਏ। सामने लेके आओ ध्यान। मस्तक दे सामने लै जो, पलकां उत्ते चुक दो। फिर सामने लेके आओ। फिर नक ते सम करो। फिर सम करके देखो। जिन्हां दा मुख प्रकाश है अपने प्रकाश रूप नूं देखो, ते जिन्हां जेड़े के पहली बार जिन्हां नूं नक दिसदा सी वो देखो कि दिसनों हटिया। नीचे लै जो ध्यान, जो थले विछया फर्श है इस तो थोड़ा जा ऊपर 5-6 उंगल उत्ते बिल्कुल रिलैक्स होके देखने की कोशिश करो
जोर नहीं लगाना, बिल्कुल रिलैक्स देखना है जिमें आम देखते हैं। इत्थे सानू प्रकाश एक पानी की तरह एक हलचल अनुभव होनी शुरू होएगी। जिमें पानी इहो जिहा प्रकाश है, जिमें पानी का प्रकाश, पानी का रंग होंदा है जिमें शीशा है, इदां दी प्रकाश है। कोई उदां दा प्रकाश नहीं जिमें सूरज का जां होर प्रकाश आपां देखते हाँ। जिमें चंद चाननी रात का प्रकाश होंदा है, उवें दा प्रकाश एक चमक है। फिर सम करके देखे अपने आप को। फिर नीचे लै जो ध्यान, सामने लैके आओ ध्यान।
मस्तक दे सामने लै दित्ते, पलकां उत्ते चुक दो पूरियां। फिर सामने लै आओ ध्यान। फिर नीचे लै जो ध्यान। फिर सामने लेके आइए ध्यान।
फिर मस्तक दे सामने लै जाओ, फिर पलकां उत्ते चुक दो। सामने लै नीचे लै जाओ ध्यान। और सम करके अपने आप ਨੂੰ देखिए। वाहिगुरु जी का खालसा वाहिगुरु जी की फतेह। सो गुरमुख प्यारिओ, इस तरीके दे नाल अपने आप नूं पहचानना है।
ਜਦੋਂ ਆਪਾਂ ਆਪਣੇ ਪ੍ਰਕਾਸ਼ ਰੂਪ ਨੂੰ ਪਹਿਚਾਨ ਲਿਆ ਤੇ ਅਸੀਂ ਮਾਲਕ ਨੂੰ ਵੀ ਪਹਿਚਾਨ ਲਵਾਂਗੇ, ਉਸ ਨੂੰ ਵੀ ਬੁੱਝ ਲਵਾਂਗੇ। ਫਿਰ ਸਾਨੂੰ ਸਤਿਗੁਰਾਂ ਦੀ ਬਾਣੀ ਗਿਆਨੀ ਦਾ ਖਿਤਾਬ ਦਿੰਦੀ ਹੈ। ਫਿਰ ਆਪਾਂ ਗਿਆਨੀ ਅਖਵਾ ਸਕਦੇ ਹਾਂ ਜੇ ਆਪਣੇ ਆਪ ਨੂੰ ਪਹਿਚਾਨ ਲਿਆ ਤੇ ਮਾਲਕ ਨੂੰ ਬੁੱਝ ਲਿਆ। ਮਹਾਰਾਜ ਸਵਾਲ ਕਰਦੇ ਨੇ ਤੇ ਜਵਾਬ ਦਿੰਦੇ ਨੇ, ਪਰਨਵਤ ਨਾਨਕ ਗਿਆਨੀ ਕੈਸਾ ਹੋਏ। ਤੇ ਕਹਿੰਦੇ ਵੀ ਗਿਆਨੀ ਕੈਸਾ ਹੋਵੇ, ਤੇ ਦੱਸਦੇ ਨੇ ਫਿਰ ਆਪ ਪਛਾਣੈ ਬੂਝੈ ਸੋਏ। ਵੀ ਆਪਣੇ ਆਪ ਨੂੰ ਪਹਿਚਾਣ ਲਵੇ ਤੇ ਪਰਮੇਸ਼ਰ ਨੂੰ ਬੁੱਝ ਲਵੇ, ਨਾਮ ਨੂੰ ਬੁੱਝ ਲਵੇ, ਉਹ ਫਿਰ ਗਿਆਨੀ ਹੈ। ਜਿਹੜਾ ਉਸ ਨੂੰ, ਕਿਉਂਕਿ ਗੱਲਾਂ ਦੇ ਨਾਲ ਗਿਆਨੀ ਨਹੀਂ ਹੈ। ਗਿਆਨੀ ਸੋਇ ਜਾ ਕੇ ਦ੍ਰਿੜ ਸੋ, ਕਹਿਤ ਸੁਣਤ ਕਛ ਜੋਗ ਨਾ ਹੋ। ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕੇ, ਜਿਹਨੇ ਇਸ ਨੂੰ ਹੁਕਮ ਨੂੰ ਆਗਿਆ ਕਹਿ ਦਿੱਤਾ, ਇਸ ਨੂੰ ਦ੍ਰਿੜ ਕਰ ਲਿਆ, ਉਹ ਗਿਆਨੀ ਹੈ। ਉਸਨ ਸੀਤ ਸੰਸਰ ਸਲਤਾ ਕੈ, ਗਿਆਨੀ ਤਤ ਗੁਰਮੁਖ ਵਿਚਾਰੀ, ਨਾਨਕ ਜਾ ਕੋ ਕਿਰਪਾ ਤਾਰੀ। ਸੋ ਆਓ ਗੁਰੂ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਆਓ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।